देखो पिछले साल मैं डिस्ट्रिक्ट लीडर ਦੀ ਪੋਜੀਸ਼ਨ ਤੇ ਰਨ ਕੀਤਾ ਸੀ ਤੇ ਕੁਝ ਮੇਰਾ ਖਿਆਲ ਕੋ 28-30 ਵੋਟਾਂ ਦੇ ਨਾਲ ਮੈਂ ਨੰਬਰ 2 ਤੇ ਰਹਿ ਗਿਆ ਸੀ। ਜਿਹੜਾ ਸਾਡਾ ਡਿਸਟ੍ਰਿਕਟ ਲੀਡਰ ਪਹਿਲਾਂ 12 ਕੁ ਸਾਲ ਦਾ ਬਣਦਾ ਆ ਰਿਹਾ ਸੀ ਉਸ ਨੂੰ ਮੈਂ ਵੈਸੇ 38% ਵੋਟਾਂ ਦੇ ਨਾਲ ਹਰਾਤਾ ਸੀਗਾ ਤੇ ਜੇ ਇਸ ਬੰਦੇ ਨੂੰ ਮੈਂ ਟਾਰਗੇਟ ਨਹੀਂ ਕੀਤਾ ਸੀ ਉਹ ਮੇਰੇ ਤੋਂ ਕੋਈ 28 ਵੋਟਾਂ ਲੈ ਕੇ ਅੱਗੇ ਲੰਘ ਗਿਆ। ਇਹ ਜਿਹੜੀ ਪੋਜੀਸ਼ਨ ਆ ਇਸ ਵੇਲੇ ਇਸ ਸਾਲ ਮੈਂ ਸਿਟੀ ਕੌਂਸਲ ਦੇ ਲਈ ਜਾ ਰਿਹਾ। ਸਿਟੀ ਕੌਂਸਲ ਦਾ ਮੇਨ ਇਹ ਹੁੰਦਾ ਵੀ ਉਹ ਕਨਸੈਂਟਰੇਟ ਕਰਦੇ ਆ ਜਿੱਤੇ ਧਿਆਨ ਰੱਖਦੇ ਵੀ ਲੋਕਲ ਏਰੀਏ ਦੇ ਵਿੱਚ ਡਿਵੈਲਪਮੈਂਟ ਕਿੱਦਾਂ ਦੀ ਚਾਹੀਦੀ ਆ। ਕੀ ਤੁਸੀਂ ਮੰਨਦੇ ਹੋ ਵੀ ਇੱਕ ਸਿੱਖ ਨੁਮਾਇੰਦਾ ਹੋਣਾ ਪੰਜਾਬੀ ਕਮਿਊਨਿਟੀ ਦੇ ਲਈ ਜ਼ਰੂਰੀ ਕਿਉਂ ਆ? ਦੇਖੋ ਪਿੱਛੇ ਥੋੜੇ 1.5 ਸਾਲ ਪਹਿਲਾਂ ਸਾਡੇ ਸਿੱਖਾਂ ਦੇ ਉੱਤੇ ਹਮਲੇ ਹੋਏ, ਉਹਨਾਂ ਨੂੰ ਪਤਾ ਨਹੀਂ ਹਾਲੇ ਤੱਕ ਸਾਨੂੰ ਇਹਨੇ ਕਿੰਨੇ ਸਾਲ ਮਤਲਬ ਕਮ ਸੇ ਕਮ 50 ਸਾਲ ਤੋਂ 31 ਸਾਲ ਤਾਂ ਮੈਨੂੰ ਹੋ ਗਏ ਇੱਥੇ ਰਹਿੰਦੇ ਨੂੰ, 50 ਸਾਲ ਤੋਂ ਉੱਪਰ ਦੀ ਵਸੋਂ ਹੈਗੀ ਆ। ਉਹਨਾਂ ਨੂੰ ਹਾਲੇ ਤੱਕ ਇਹੀ ਨਹੀਂ ਪਤਾ ਲੱਗਿਆ ਵੀ ਸਿੱਖ ਕੌਣ ਹੁੰਦੇ ਆ ਜਾਂ ਅਸੀਂ ਗੁਰਦੁਆਰਾ ਸਾਹਿਬ 'ਚ ਕਿੱਦਾਂ ਪ੍ਰੇ ਕਰਦੇ ਆ ਜਾਂ ਸਾਨੂੰ ਅਸੀਂ ਕਿਉਂ, ਸਾਡਾ ਰੀਜ਼ਨ ਕੀ ਆ। ਉਹਨਾਂ ਨੂੰ ਦੱਸਾਂਗੇ ਤਾਂ ਅਸੀਂ ਦੱਸਾਂਗੇ ਨਾ, ਸਾਡੇ ਏਰੀਏ 'ਚ ਸਾਡੇ ਬੰਦੇ ਰਿਪਰੈਜ਼ੈਂਟੇਟਿਵ ਹੋਣਗੇ ਤਾਂ ਸਾਨੂੰ ਸੇਫਟੀ ਮਿਲੂਗੀ। ਅਸੀਂ ਉਹਨੂੰ ਦੱਸ ਸਕਦੇ ਭਾਈ ਵੀ ਇਸ ਵੇਲੇ ਸਾਡੇ ਬੰਦੇ ਪ੍ਰੇ ਕਰਨ ਜਾਂਦੇ ਆ, ਗੁਰਦੁਆਰਿਆਂ 'ਚ ਜਾਂਦੇ, ਮੰਦਿਰਾਂ 'ਚ ਜਾਂਦੇ, ਮੌਸਕ 'ਚ ਜਾਂਦੇ ਆ। ਜੇ ਤੁਸੀਂ ਸਿਟੀ ਹਾਲ ਦੇ ਵਿੱਚ ਪਹੁੰਚ ਜਾਂਦੇ ਆ ਸਾਡੀ ਕਮਿਊਨਿਟੀ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ? ਸਭ ਤੋਂ ਪਹਿਲਾਂ ਹੈਗਾ ਜੀ ਐਜੂਕੇਸ਼ਨ, ਉਸ ਤੋਂ ਬਾਅਦ ਹੈਗਾ ਸੇਫਟੀ ਤੇ ਫਿਰ ਹੈਗੇ ਆਪਣੇ ਸੀਨੀਅਰ ਸਿਟੀਜ਼ਨ ਤੇ ਇਸ ਤਰ੍ਹਾਂ ਕਰਕੇ। ਬਲੂਮਬਰਗ ਮੇਅਰ ਸਾਡੇ ਆਏ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਹਿੰਦੇ ਵੀ ਤੁਹਾਨੂੰ ਦੱਸੋ ਕੀ ਹੈਲਪ ਦੀ ਲੋੜ ਆ ਤੇ ਉਹ ਕਹਿੰਦੇ ਜੀ ਜੇ ਤੁਸੀਂ ਸਾਡੇ ਤੋਂ ਪੈਸੇ ਚਾਹੀਦੇ ਮੈਂ ਇੰਨੇ ਪੈਸੇ ਤੱਕ ਐਲੋਕੇਸ਼ਨ ਕਰ ਸਕਦਾ ਹਾਂ। ਸਾਡੇ ਬੰਦੇ ਕਹਿੰਦੇ ਨਹੀਂ ਜੀ ਸਿੱਖ ਬਹੁਤ ਰਿਚ ਆ ਜੀ ਸਾਨੂੰ ਲੋੜ ਨਹੀਂ। ਇਹਦਾ ਕੀ ਮਤਲਬ? ਸਾਨੂੰ ਉਹ ਮਿਲ ਰਹੇ ਆ ਤੇ ਸਾਡੇ ਕਮਿਊਨਿਟੀ 'ਚ ਲੱਗਣੇ ਆ, ਉਹ ਸਾਡੇ ਬਿਹਤਰੀ ਵਾਸਤੇ ਲੱਗਣੇ, ਤੁਸੀਂ ਲਓ। ਇਹਦਾ ਮਤਲਬ ਹੈ ਸਾਨੂੰ ਪੈਸੇ ਮੰਗਣੇ ਨਹੀਂ ਆਉਂਦੇ, ਸਾਨੂੰ ਰਿਸੋਰਸਿਸ ਮੰਗਣੇ ਨਹੀਂ ਆਉਂਦੇ। ਇਸ ਕਰਕੇ ਸਾਨੂੰ ਉਹ ਬੰਦਾ ਪਿਕ ਕਰਨਾ ਚਾਹੀਦਾ ਜਿਹੜਾ ਕਿ ਕਮਿਊਨਿਟੀ ਦੇ ਵਿੱਚ ਵਿਚਰਦਾ ਵਾ, ਉਹੀ ਤੁਹਾਡੀਆਂ ਪ੍ਰੋਬਲਮ ਨੂੰ ਸਮਝੂਗਾ, ਉਹੀ ਤੁਹਾਨੂੰ ਉਹ ਲਾਅ ਉਸ ਹਿਸਾਬ ਨਾਲ ਬਣਵਾਉਣ ਦੀ ਟਰਾਈ ਕਰੂਗਾ ਜਾਂ ਉਹਨਾਂ ਨੂੰ ਪੇਸ਼ ਕਰੂਗਾ। ਤੁਹਾਨੂੰ ਇਲੈਕਸ਼ਨ ਦੇ ਵਿੱਚ ਲੋਕੀ ਵੋਟ ਕਿਉਂ ਪਾਉਣ? ਦੇਖੋ ਮੈਂ ਤੁਹਾਡੇ ਵਿੱਚੋਂ ਇੱਕ ਆ, ਮੈਂ ਪੋਲੀਟੀਸ਼ੀਅਨ ਨਹੀਂ ਹਾਂ। ਪੋਲੀਟੀਸ਼ੀਅਨ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਇਹ ਪ੍ਰੋਬਲਮ ਨੂੰ ਅਵੋਇਡ ਕਿੱਦਾਂ ਕਰਨਾ, ਅਤੇ ਮੈਂ ਅਵੋਇਡ ਕਰਨ ਵਾਲਿਆਂ 'ਚੋਂ ਨਹੀਂ। ਮੈਂ ਪ੍ਰੋਬਲਮ ਜਿਹੜੀ ਪਹਿਲੀ ਆਊਗੀ ਉਹਨੂੰ ਕਰੂੰਗਾ ਫਿਕਸ, ਅਤੇ ਜੇ ਨਹੀਂ ਫਿਕਸ ਹੁੰਦਾ ਉਹਨੂੰ ਤਰੀਕਾ ਲੱਭੂੰਗਾ ਕਿੱਦਾਂ ਫਿਕਸ ਹੋ ਸਕਦਾ। ਜੇ ਮੈਂ ਨਹੀਂ ਕਰ ਸਕੂੰਗਾ ਤਾਂ ਮੈਂ ਉਹਦੇ ਬਾਰੇ ਰਿਸੋਰਸਿਸ ਲੱਭੂੰਗਾ। ਪਹਿਲਾ ਅੰਮ੍ਰਿਤਧਾਰੀ ਸਰਦਾਰ ਆਪਣੀ ਕਮਿਊਨਿਟੀ ਦੇ ਵਿੱਚੋਂ ਖੜਾ ਹੋਇਆ ਅਤੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਐਕਤੀ ਆਪਣੇ ਬੰਦੇ ਨੂੰ ਟਰਾਈ ਕਰਕੇ ਦੇਖੋ। 2 ਸਾਲ ਦਾ ਪੀਰੀਅਡ ਹੁੰਦਾ, ਜੇਕਰ ਸਕਸੈਸਫੁਲ ਹੋਏ ਤਾਂ ਦੂਜਾ ਚਾਂਸ ਦਿਓ, ਨਹੀਂ ਤਾਂ ਕੋਈ ਗੱਲ ਨਹੀਂ, 2 ਸਾਲ ਬਾਅਦ ਫਿਰ ਚੇਂਜ ਹੋ ਜਾਂਦੇ ਆ। ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਲੈਕਸ਼ਨ ਬਾਰੇ। ਅਮਰੀਕਨ ਇਲੈਕਸ਼ਨ ਜਿਹੜੀ ਕਿ 27 ਜੂਨ ਨੂੰ ਆ ਰਹੀ ਹੈ, ਪ੍ਰਾਇਮਰੀ ਇਲੈਕਸ਼ਨ ਹੋ ਰਹੀ ਹੈ ਤੇ ਸਿਟੀ ਕਾਉਂਸਲ ਦੇ ਵਿੱਚ ਵੱਖ-ਵੱਖ ਕੈਂਡੀਡੇਟ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਨੇ। ਔਰ ਡਿਸਟ੍ਰਿਕਟ 29 ਤੋਂ ਇੱਕ ਪੱਗ ਵਾਲਾ ਸਾਡਾ ਭਰਾ ਜਾਣੀ ਕਿ ਸਿੱਖ ਨੁਮਾਇੰਦਾ ਖੜਾ ਹੈ, ਉਹਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸਿੱਖਾਂ ਨੂੰ ਪੋਲੀਟਿਕਸ ਜਿਹੜੀ ਮੇਨ ਸਟ੍ਰੀਮ ਆ ਉਹਦੇ ਵਿੱਚ ਆਉਣ ਦੀ ਕੀ ਲੋੜ ਆ, ਸਿੱਖਾਂ ਦੀਆਂ ਕੀ ਪ੍ਰੋਬਲਮਸ ਨੇ ਤੇ ਉਹਨਾਂ ਦਾ ਹੱਲ ਜੇ ਕੋਈ ਸਿੱਖ ਨੁਮਾਇੰਦਾ ਆਉਂਦਾ ਹੈ ਤਾਂ ਕਿਵੇਂ ਹੋ ਸਕਦਾ ਹੈ। ਇਹਦੇ ਬਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਇਹ ਨੇ ਸਿੱਖ ਕਮਿਊਨਿਟੀ ਦੀ ਮਾਨਮੱਤੀ ਸ਼ਖਸੀਅਤ ਸੁਖੀ ਸਿੰਘ, ਜਿਨ੍ਹਾਂ ਨੂੰ ਲੋਕ ਸਰਦਾਰ ਸੁਖਜਿੰਦਰ ਸਿੰਘ ਨਿੱਜਰ ਦੇ ਨਾਮ ਤੋਂ ਵੀ ਜਾਣਦੇ ਨੇ। ਸੁਖੀ ਸਿੰਘ ਹਮੇਸ਼ਾ ਪੰਜਾਬੀ ਕਮਿਊਨਿਟੀ ਲਈ ਕੀਤੇ ਜਾਣ ਵਾਲੇ ਕੰਮਾਂ 'ਚ ਵੱਧ ਚੜ੍ਹ ਕੇ ਆਪਣਾ ਸਹਿਯੋਗ ਅਦਾ ਕਰਦੇ ਨੇ। ਇਹਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਬੇਹੱਦ ਉਪਰਾਲੇ ਕੀਤੇ ਜਾਂਦੇ ਨੇ। ਸੁਖੀ ਸਿੰਘ ਜਿੱਥੇ ਪਿਛਲੇ 14 ਸਾਲਾਂ ਤੋਂ ਕਮਿਊਨਿਟੀ ਐਕਟਿਵਿਸਟ ਨੇ, ਉੱਥੇ ਹੀ ਉਹ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਵਿਖੇ ਬੋਰਡ ਆਫ ਟਰਸਟ ਦੇ ਸੀਨੀਅਰ ਮੈਂਬਰ ਵਜੋਂ, ਐਗਜ਼ੀਕਿਊਟਿਵ ਕਮੇਟੀ ਮੈਂਬਰ ਅਤੇ ਇਲੈਕਸ਼ਨ ਕਮਿਸ਼ਨਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ। ਤੇ ਹੁਣ ਸੁਖੀ ਸਿੰਘ ਨਿਊਯਾਰਕ ਦੇ ਡਿਸਟ੍ਰਿਕਟ 29 ਤੋਂ ਆਉਣ ਵਾਲੀ 27 ਜੂਨ ਨੂੰ ਸਿਟੀ ਕਾਉਂਸਲ ਦੀਆਂ ਪ੍ਰਾਇਮਰੀ ਇਲੈਕਸ਼ਨ ਲਈ ਡੈਮੋਕ੍ਰੈਟਿਕ ਪਾਰਟੀ ਵੱਲੋਂ ਪੰਜਾਬੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਸੁਖੀ ਸਿੰਘ ਪਹਿਲੇ ਅੰਮ੍ਰਿਤਧਾਰੀ ਸਿੰਘ ਨੇ ਜੋ ਇਲੈਕਸ਼ਨ ਲੜ ਰਹੇ ਨੇ। ਪੰਜਾਬੀ ਕਮਿਊਨਿਟੀ ਦੇ ਲਈ ਬੜੀ ਹੀ ਮਾਣ ਵਾਲੀ ਗੱਲ ਹੋਵੇਗੀ ਜੇਕਰ ਕੋਈ ਸਿੱਖ ਕਮਿਊਨਿਟੀ ਦਾ ਲੀਡਰ ਜਿੱਤ ਕੇ ਸਿਟੀ ਹਾਲ ਵਿੱਚ ਜਾਵੇਗਾ। ਇਸ ਨਾਲ ਸਿੱਖ ਕਮਿਊਨਿਟੀ ਦੀਆਂ ਪ੍ਰੋਬਲਮ ਸਮਾਂ ਰਹਿੰਦੇ ਹੱਲ ਹੋਣਗੀਆਂ ਤੇ ਪੰਜਾਬੀਆਂ ਨੂੰ ਬਣਦੇ ਹੱਕ ਵੀ ਮਿਲਣਗੇ। ਸੋ ਸੁਖੀ ਸਿੰਘ ਵੱਲੋਂ ਰਿਚਮੰਡ ਹਿੱਲ ਵਸਦੇ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਉਣ ਵਾਲੀ 27 ਜੂਨ ਨੂੰ ਉਹਨਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰੋ ਜੀ।
ਸਾਡੇ ਨਾਲ ਸੁੱਖੀ ਸਿੰਘ ਹੁਣੀ ਨੇ, ਜਿਨ੍ਹਾਂ ਨੂੰ ਅਸੀਂ ਸੁਖਜਿੰਦਰ ਨਿੱਜਰ ਦੇ ਨਾਮ ਨਾਲ ਸਾਰੇ ਜਾਣਦੇ ਨੇ। ਸੋ ਸੁੱਖੀ ਬਾਈ, ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ। ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਸੀਂ ਹਮੇਸ਼ਾ ਹੀ ਕਮਿਊਨਿਟੀ 'ਚੋਂ ਬਹੁਤ ਵਧੀਆ ਵਧੀਆ ਪ੍ਰੋਗਰਾਮਾਂ ਨੂੰ ਲੈ ਕੇ ਆਉਂਦੇ ਆ ਤੇ ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸੁੱਖੀ ਨਿੱਜਰ ਕੌਣ ਹੈ, ਸੁੱਖੀ ਨਿੱਜਰ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦਾ ਹੈ ਤੇ ਅਮਰੀਕਾ ਦੇ ਵਿੱਚ, ਤਾਂ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੇ ਬੈਕਗ੍ਰਾਉਂਡ ਬਾਰੇ ਪਤਾ ਲੱਗੇ ਥੋੜਾ ਜਿਹਾ, ਵੀ ਤੁਸੀਂ ਕਿਹੜੇ ਸ਼ਹਿਰ ਨੂੰ ਬਿਲੋਂਗ ਕਰਦੇ ਆ ਔਰ ਅਮਰੀਕਾ ਦੇ ਵਿੱਚ ਕਦੋਂ ਆਏ ਸੀ ਤੇ ਤੁਹਾਡੀ ਬੇਸਿਕ ਐਜੂਕੇਸ਼ਨ ਹੈ ਜਿਹੜੀ ਉਹ ਕੀ ਹੈ। ਦੇਖੋ ਜੀ, ਨਾਮ ਮੇਰਾ ਪੂਰਾ ਸੁਖਜਿੰਦਰ ਸਿੰਘ ਨਿੱਜਰ ਆ ਤੇ ਅਸੀਂ ਪਿੰਡ ਨੂੰ ਬਿਲੋਂਗ ਕਰਦੇ ਆ ਤੇ ਵੈਸੇ ਜ਼ਿਲ੍ਹਾ ਸਾਡਾ ਜਲੰਧਰ ਪੈ ਜਾਂਦਾ ਤੇ 92 ਤੋਂ ਬਾਅਦ ਅਸੀਂ ਇੱਥੇ ਆਏ 93 'ਚ। ਠੀਕ ਹੈ ਜੀ, ਜੁਲਾਈ ਮਹੀਨੇ ਆਏ ਸੀ, 4 ਜੁਲਾਈ ਤੋਂ ਬਾਅਦ 'ਚ 2 ਦਿਨ ਬਾਅਦ 'ਚ। ਤੇ ਇੱਥੇ ਆ ਕੇ ਐਜੂਕੇਸ਼ਨ ਕੀਤੀ ਆ 10ਵੀਂ ਕਲਾਸ ਤੋਂ ਲੈ ਕੇ, ਇੱਥੇ ਗ੍ਰੈਜੂਏਸ਼ਨ ਕੀਤੀ ਆ ਕਾਲਜ ਯੂਨੀਵਰਸਿਟੀ ਦੀ। ਤੇ ਉਸ ਤੋਂ ਬਾਅਦ ਮੌਕਾ ਮਿਲਿਆ ਆਪਣੀਆਂ ਜਿਹੜੀਆਂ ਜਥੇਬੰਦੀਆਂ ਵਾ ਉਹਨਾਂ ਨਾਲ ਡੀਲ ਕਰਨ ਦਾ, ਜਾਂ ਮਤਲਬ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਵਾ। ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਵੀ ਆਪਾਂ ਸਿੱਕਲ ਸੁਸਾਇਟੀ 'ਚ ਵੀ ਥੋੜ੍ਹਾ ਚਿਰ ਜਿੰਨੀ ਪਰਮਾਤਮਾ ਨੇ ਆਪਣੀ ਸੇਵਾ ਲਿਖੇ ਲਾਈ ਸੀ ਉਹ ਕੀਤੀ ਆ। ਤੇ ਇਸ ਤਰ੍ਹਾਂ ਹੀ ਬਸ ਥੋੜ੍ਹਾ ਜਿਹਾ ਮੌਕਾ ਮਿਲਦਾ ਰਿਹਾ ਤੇ ਆਪਣੀ ਜਿਹੜੀ ਸੰਗਤ ਨੂੰ ਮਿਲਣ ਦਾ ਤੇ ਉਹਨਾਂ ਦੇ ਨਾਲ ਵਿੱਚ ਵਿਚਰਨ ਦਾ। ਤੇ ਪਹਿਲਾਂ ਵੀ ਤੁਸੀਂ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਖੜੇ ਹੋ ਚੁੱਕੇ ਹਨਾ, ਤੇ ਹੁਣ ਤੁਸੀਂ ਦੂਸਰੀ ਵਾਰੀ ਜਿਹੜੀ ਮੇਨ ਸਟ੍ਰੀਮ ਇਲੈਕਸ਼ਨ ਉਹਦੇ ਵਿੱਚ ਆ ਰਹੇ। ਹੁਣ ਇਲੈਕਸ਼ਨ ਲੜਨ ਦਾ ਮਨ ਕਿਵੇਂ ਬਣਾਇਆ, ਕਿਵੇਂ ਮਨ ਬਣਾਇਆ ਵੀ ਮੈਂ ਪੋਲੀਟਿਕਸ ਦੇ ਵਿੱਚ ਆਉਣਾ ਤੇ ਉਹ ਵੀ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਆਉਣਾ ਹੈ, ਗੁਰਦੁਆਰੇ ਵਾਲੀ ਕਮਿਊਨਿਟੀ ਜਾਂ ਗੁਰਦੁਆਰੇ ਵਾਲੀ ਪੋਲੀਟਿਕਸ ਤੋਂ ਅੱਗੇ ਨਿਕਲ ਕੇ ਹੁਣ ਮੇਨ ਸਟ੍ਰੀਮ ਦੇ ਵਿੱਚ ਆਉਣਾ ਹੈ। ਦੇਖੋ, ਪਿਛਲੇ ਸਾਲ ਮੈਂ ਡਿਸਟ੍ਰਿਕਟ ਲੀਡਰ ਦੀ ਪੋਜੀਸ਼ਨ ਤੇ ਰਨ ਕੀਤਾ ਸੀ ਤੇ ਕੁਛ ਮੇਰਾ ਖਿਆਲ ਕੋ 28-30 ਵੋਟਾਂ ਦੇ ਨਾਲ ਮੈਂ ਨੰਬਰ 2 ਤੇ ਰਹਿ ਗਿਆ ਸੀ। ਜਿਹੜਾ ਸਾਡਾ ਡਿਸਟ੍ਰਿਕਟ ਲੀਡਰ ਪਹਿਲਾਂ 12 ਕੁ ਸਾਲ ਦਾ ਬਣਦਾ ਆ ਰਿਹਾ ਸੀ, ਉਸ ਨੂੰ ਮੈਂ ਵੈਸੇ 38% ਵੋਟਾਂ ਦੇ ਨਾਲ ਹਰਾਤਾ ਸੀਗਾ। ਤੇ ਜੇ ਇਸ ਬੰਦੇ ਨੂੰ ਮੈਂ ਟਾਰਗੇਟ ਨਹੀਂ ਕੀਤਾ ਸੀ, ਉਹ ਮੇਰੇ ਤੋਂ ਕੋਈ 28 ਵੋਟਾਂ ਲੈ ਕੇ ਅੱਗੇ ਲੰਘ ਗਿਆ। ਸੋ ਬੇਸਿਕਲੀ ਮੈਂ ਇਹ ਕਹੂੰਗਾ ਵੀ ਮੇਰੀ ਉਹ ਹਾਰ ਤਾਂ ਨਹੀਂ ਸੀਗੀ। ਤੇ ਛੋਟੇ ਜਿਹੇ ਰਿਚਮੰਡ ਹਿਲ ਏਰੀਆ ਜਿੱਥੇ ਸਾਡੀ ਵਸੋਂ ਬਹੁਤ ਹੈ, ਉਹਦੇ ਵਿੱਚੋਂ ਵੀ 586 ਤੋਂ ਉੱਪਰ ਵੋਟਾਂ ਲੈ ਕੇ ਮੈਂ ਨੰਬਰ 2 ਤੇ ਆ ਗਿਆ ਸੀ। ਤੇ ਜਿਹੜਾ 12 ਸਾਲ ਦਾ ਸੀ ਉਹਨੂੰ ਵੀ ਹਰਾਤਾ ਸੀ, ਜਿਹੜਾ ਇਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਇੱਥੇ ਜ਼ਿਆਦਾ ਕਮਿਊਨਿਟੀ ਦੇ ਵਿੱਚ ਗੈਨੀਜ਼ ਕਹਿ ਦਿੰਦੇ ਆ। ਤੇ ਇਸ ਸਾਲ ਉਸ ਤੋਂ ਵੱਡੀ ਟਿਕਟ ਕਹਿੰਦੇ ਆ, ਉਸ ਤੋਂ ਵੱਡੀ ਟਿਕਟ ਦਾ ਜਿਹੜਾ ਕਹਿਣ ਦਾ ਮਤਲਬ ਹੋ ਜਾਂਦਾ ਉਹ ਡਿਸਟ੍ਰਿਕਟ ਲੀਡਰ ਦੀ ਪੋਜੀਸ਼ਨ ਸੀ, ਉਹ ਅਸੈਂਬਲੀ ਦੇ ਅੰਡਰ ਆ ਜਾਂਦੀ ਆ। ਇਹ ਜਿਹੜੀ ਪੋਜੀਸ਼ਨ ਆ ਇਸ ਵੇਲੇ ਇਸ ਸਾਲ ਮੈਂ ਸਿਟੀ ਕੌਂਸਲ ਦੇ ਲਈ ਜਾ ਰਿਹਾ। ਸਿਟੀ ਕੌਂਸਲ ਦਾ ਮੇਨ ਇਹ ਹੁੰਦਾ ਵੀ ਉਹ ਕਨਸਨਟਰੇਟ ਕਰਦੇ ਆ, ਜਿੱਥੇ ਧਿਆਨ ਰੱਖਦੇ ਵੀ ਲੋਕਲ ਏਰੀਏ ਦੇ ਵਿੱਚ ਡਿਵੈਲਪਮੈਂਟ ਕਿੱਦਾਂ ਦੀ ਚਾਹੀਦੀ ਆ, ਕੀ ਕਮੀਆਂ ਵਾ, ਕਿੱਥੇ ਬਜਟ ਕਿੱਦਾਂ ਐਲੋਕੇਸ਼ਨ ਹੋਣੀ ਆ, ਉਹਨਾਂ ਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ। ਸੋ ਮੈਂ ਇਹ ਅਸੈਂਬਲੀ ਸਟੇਟ ਲੈਵਲ ਦੀ ਸੋਚਦਾ ਕਿ ਪਿਛਲੇ ਸਾਲ ਲੜੀ। ਉਸ ਤੋਂ ਪਹਿਲਾਂ ਮੈਂ ਕਹਿੰਦਾ ਮੈਂ ਆਪਣੇ ਜਿਹੜਾ ਸਾਡਾ ਪੰਜਾਬੀਆਂ ਦਾ ਘਰ ਗਿਣਿਆ ਗਿਆ ਰਿਚਮੰਡ ਹਿੱਲ ਤੇ ਕਿਊ ਗਾਰਡਨ ਵਿੱਚ ਵੀ ਆਪਣੀ ਕਾਫੀ ਬਸੋਂ ਹੈਗੀ ਆ, ਨਾਲ ਰੀਗੋ ਪਾਰਕ ਪੈ ਜਾਂਦਾ, ਫੋਰੈਸਟ ਹਿੱਲ ਦੇ ਵਿੱਚ ਆਪਣੇ ਕਾਫੀ ਦੇਸੀ ਹੈਗੇ ਆ, ਤੇ ਉਸ ਏਰੀਏ ਨੂੰ ਟਾਰਗੇਟ ਕੀਤਾ ਜਾਵੇ। ਟਾਰਗੇਟ ਤੋਂ ਕਹਿਣ ਦਾ ਮਤਲਬ ਕਿ ਪਹਿਲਾਂ ਉਸ ਏਰੀਏ ਦੇ ਵਿੱਚ ਆਪਣੇ ਘਰ ਦੇ ਵਿੱਚ ਜਿਹੜੇ ਘਰ ਦੇ ਆਪਣੇ ਪੰਜਾਬੀ ਜਿੱਥੇ ਵੱਸਦੇ ਆ, ਸਾਡੇ ਦੇਸੀ ਇੰਡੀਅਨ ਹੀ ਵੱਸਦੇ ਆ ਜਿੱਥੇ, ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਜੋ ਸਰਕਾਰ 'ਚ ਅਵੇਲੇਬਲ ਹੁੰਦੀਆਂ, ਪਹਿਲਾਂ ਉਹ 'ਤੇ ਕੰਸਨਟਰੇਟ ਕੀਤਾ ਜਾਵੇ। ਇਸ ਕਰਕੇ ਮੈਂ ਸਿਟੀ ਕੌਂਸਲ ਦੀ ਡਿਸਟ੍ਰਿਕਟ ਨੂੰ ਪੋਜੀਸ਼ਨ ਨੂੰ ਲੜਨਾ ਮੈਂ ਮਹਿਸੂਸ ਸਮਝਿਆ ਵੀ ਚੰਗਾ ਆ, ਕਿਉਂਕਿ ਸਾਨੂੰ ਆਪਣੇ ਫੇ ਵੀ ਜਿਹੜੇ ਰਿਸੋਰਸਿਸ ਹੁੰਦੇ ਉਹਨੂੰ ਲਿਆਉਣਾ, ਆਪਣੇ ਕਮਿਊਨਿਟੀ 'ਚ ਲਿਆਵਾਂਗੇ ਨਾ, ਟੈਕਸ ਦਿੰਦੇ ਆ, ਸਭ ਦਿੰਦੇ ਆ ਉਹ, ਕਿਉਂਕਿ ਸਾਨੂੰ ਆਪਣਾ ਸ਼ੇਅਰ ਤਾਂ ਮਿਲਦਾ ਨਹੀਂ ਪੂਰੀ ਤਰ੍ਹਾਂ। ਆਪਣਾ ਕੋਈ ਦੇਸੀ ਦੱਸੂਗਾ ਨਾ ਵੀ ਦੇਸੀਆਂ ਨੂੰ ਚਾਹੀਦਾ ਕੀ ਆ ਦੇਸੀ ਏਰੀਆ ਦੇ ਵਿੱਚ। ਆਪਾਂ ਨਾ ਇਹਨਾਂ ਮੁੱਦਿਆਂ ਤੇ ਵੀ ਜਾਵਾਂਗੇ ਸਰ, ਪਰ ਸਭ ਤੋਂ ਪਹਿਲਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਸਾਡਾ ਗੁਆਂਢੀ ਮੁਲਕ ਆ ਕੈਨੇਡਾ, ਉੱਥੇ ਵੱਡੀਆਂ ਪੋਜੀਸ਼ਨਾਂ ਦੇ ਉੱਪਰ ਸਾਡੇ ਪੰਜਾਬੀ ਜਿਹੜੇ ਪਹੁੰਚ ਚੁੱਕੇ ਨੇ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ। ਉੱਥੇ ਡਿਫੈਂਸ ਮਿਨਿਸਟਰ ਤੱਕ ਸਾਡਾ ਪੰਜਾਬੀ ਭਰਾ ਹਰਜੀਤ ਸਿੰਘ ਸੱਜਣ ਪਹੁੰਚ ਚੁੱਕਿਆ ਹੈ, ਐਨਡੀਪੀ ਦਾ ਲੀਡਰ ਹੈ ਜਗਮੀਤ ਸਿੰਘ, ਹੈ ਨਾ, ਹੋਰ ਵੀ ਕਈ। ਉੱਥੇ ਤਾਂ ਮੈਂ ਕਈ ਇਹੋ ਜਿਹੇ ਡਿਸਟ੍ਰਿਕਟ ਵੀ ਦੇਖੇ ਆ ਜਿੱਥੇ ਜਿੰਨੇ ਕੈਂਡੀਡੇਟ ਖੜੇ ਸਾਰੇ ਹੀ ਪੰਜਾਬੀ ਆ, ਤੇ ਜਦੋਂ ਜਿੱਤੂਗਾ ਤਾਂ ਪੰਜਾਬੀ ਜਿੱਤੂਗਾ, ਹੈ ਨਾ। ਪਰ ਅਮਰੀਕਾ ਦੇ ਵਿੱਚ ਕੀ ਲੱਗਦਾ ਤੁਹਾਨੂੰ ਵੀ ਅਸੀਂ ਪਿੱਛੇ ਕਿਉਂ ਰਹਿ ਗਏ ਆ? ਕੀ ਤੁਹਾਨੂੰ ਲੱਗਦਾ ਵੀ ਇੱਥੇ ਅਸੀਂ ਗੁਰਦੁਆਰਾ ਕਮੇਟੀਆਂ ਦੇ ਵਿੱਚ ਉਲਝ ਕੇ ਜ਼ਿਆਦਾ ਰਹਿ ਗਏ ਆ? ਕੀ ਕਾਰਨ ਕੀ ਲੱਗਦਾ ਕਿ ਹੋਰ ਕੋਈ ਕਾਰਨ ਆ ਜਿਹਦੇ ਕਰਕੇ ਅਸੀਂ ਮੇਨ ਸਟ੍ਰੀਮ ਵੱਲ ਨੂੰ ਵੱਧ ਨਹੀਂ ਸਕੇ ਉਸ ਲੈਵਲ ਤੇ ਜਿਸ ਲੈਵਲ ਤੇ ਸਾਡੀ ਕਮਿਊਨਿਟੀ ਗਰੋ ਹੋਈ ਹੈ ਇੱਥੇ? ਦੇਖੋ, ਗੱਲਾਂ ਬਹੁਤ ਆ, ਪਰ ਉਹਦੇ ਵਿਚਾਲੋਂ ਮੈਂ ਕਹੂੰਗਾ ਮੇਰੀ ਇੱਕ ਆਦਤ ਆ, ਮੈਂ ਪਹਿਲਾਂ ਪੋਜ਼ਿਟਿਵ ਗੱਲਾਂ ਨੂੰ ਜ਼ਿਆਦਾ ਸੋਚਦਾ ਵਾਂ। ਕਈ ਵਾਰ ਕੀ ਹੁੰਦਾ, ਜਿਹੜੀ ਅਸੀਂ ਗੱਲ 'ਤੇ ਜ਼ਿਆਦਾ ਕਨਸਨਟਰੇਟ ਕਰਦੇ ਹਾਂ ਨਾ, ਉਹਦੇ ਵਿੱਚ ਉਹ ਜਿਹੜੀ ਦੂਜੀ ਗੱਲ ਹੁੰਦੀ ਆ ਉਹਦੇ 'ਤੇ ਘੱਟ ਪਰਛਾਵਾਂ ਪੈਂਦਾ। ਸੋ ਮੈਂ ਪਹਿਲਾਂ ਪੋਜ਼ਿਟਿਵ ਤਰੀਕੇ ਨੂੰ ਦੇਖਦਾ ਕਿ ਸਾਡਾ ਗੁਆਂਢੀ ਦੇਸ਼ ਜਿਹੜਾ ਵਧਿਆ ਨਾ, ਉਹਦੇ 'ਚ ਐਜੂਕੇਸ਼ਨ ਦਾ ਬਹੁਤ ਪਲੇ ਕਰਦਾ ਪਾਰਟ। ਤੇ ਐਜੂਕੇਸ਼ਨ ਦੇ ਬਾਅਦ ਜਦੋਂ ਸਾਨੂੰ ਐਜੂਕੇਸ਼ਨ, ਇੱਕ ਮੁੱਢਲੀ ਐਜੂਕੇਸ਼ਨ ਜਿਹੜੀ ਸਾਡੀ ਬੇਸ ਐਜੂਕੇਸ਼ਨ ਹੈ ਸਾਡੀ ਪ੍ਰੋਪਰਲੀ ਹੁੰਦੀ ਹੈ ਨਾ, ਉਹ ਤੋਂ ਬਾਅਦ ਅਸੀਂ ਦੂਜੇ ਬੰਦੇ ਨਾਲ ਇੰਟਰੈਕਟ ਕਰਨਾ ਤੇ ਉਹਨੂੰ ਅਸੀਂ ਅੱਗੇ ਕਿੱਦਾਂ ਵਧਣਾ ਉਹ ਥੋੜ੍ਹਾ ਈਜ਼ੀ ਕਰ ਦਿੰਦੀ ਆ। ਕਿਉਂਕਿ ਦੇਖੋ, ਪੇਪਰ ਵਰਕ ਤੇ ਸਾਰਾ ਲੈਣ ਦੇਣਾ ਇੱਥੇ, ਹੈ ਨਾ, ਮਤਲਬ ਪੇਪਰ ਵਰਕ ਕਰਨਾ ਹੁੰਦਾ, ਚਾਹੇ ਉਹ ਬਿਜ਼ਨਸ ਤੋਂ ਲੈ ਕੇ ਚਾਹੇ ਪੋਲੀਟਿਕਸ ਵਿੱਚ, ਤੁਹਾਨੂੰ ਪੇਪਰ ਵਰਕ 'ਚ ਰਹਿਣਾ ਜ਼ਰੂਰੀ ਹੁੰਦਾ। ਸੋ ਕੈਨੇਡਾ ਦੇ ਵਿੱਚ ਸਾਡੇ ਜਿਹੜੇ ਪੰਜਾਬੀ ਆ ਉਹ ਇੱਕ ਦੂਜੇ ਨੂੰ ਸਪੋਰਟਿਵ ਬਹੁਤ ਆ।
ਚਾਹੇ ਜਿੰਨੀ ਮਰਜ਼ੀ ਲੜਾਈ ਹੋਵੇ ਉਹ ਕਹਿਣਗੇ ਭਾਈ ਦੇਖੋ, ਕਹਿੰਦੇ ਹੁੰਦੇ ਇੱਕ ਕਹਾਵਤ ਜੀ ਹੈ ਛੋਟੀ ਜੀ, ਕਹਿੰਦੇ ਆ ਕਿ ਆਪਣਾ ਮਾਰੂ ਤੇ ਛਾਵੇਂ ਸਿੱਟੂ ਵਾਲੀ ਗੱਲ ਬਈ ਉਹ ਮੇਰਾ ਖਿਆਲ ਸ਼ਾਇਦ ਉਹਨਾਂ ਦੀ ਸਕਸੈਸ ਪਾਉਣ ਦੀ ਇਹੀ ਵੱਡੀ ਗੱਲ ਆ ਕਿ ਉਹ ਆਪਣੇ ਪੰਜਾਬੀਆਂ ਨੂੰ, ਆਪਣੇ ਦੇਸੀਆਂ ਨੂੰ ਜ਼ਿਆਦਾ ਵੱਧ ਤੋਂ ਵੱਧ ਸਪੋਰਟ ਕਰਦੇ ਆ। ਇੱਥੇ ਦੀ ਗੱਲ ਇਦਾਂ ਆ ਕਿ ਹਾਲੇ ਮੈਂ ਨਹੀਂ ਕਹਿੰਦਾ ਵੀ ਐਜੂਕੇਸ਼ਨ ਦੀ ਇੱਥੇ ਕਮੀ ਆ, ਆਪਣੀ ਜਿਹੜੀ ਹੁਣ ਯੰਗ ਜਨਰੇਸ਼ਨ ਜਿਹੜੀ ਜਿਹਦੇ ਹੁਣ ਪੇਰੈਂਟਸ, ਜਿਵੇਂ ਸਾਡੇ ਵੀ ਪੇਰੈਂਟਸ ਆਏ, ਸਾਨੂੰ ਵੀ ਐਜੂਕੇਸ਼ਨ ਦਵਾਈ, ਹੁਣ ਸਾਡੇ ਤੋਂ ਬਾਅਦ ਵੀ ਜਿਹੜੇ ਬੱਚੇ ਆ ਉਹ ਹੁਣ ਤਿਆਰ ਹੋ ਗਏ ਆ। ਅਸੀਂ ਇਹ 'ਚੋਂ 6 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਇਨਵੋਲਵ ਕਰਨਾ ਪੋਲਿਟਿਕਸ 'ਚ, ਤੇ ਉਹਨਾਂ ਦੀ ਗਰੂਮਿੰਗ ਵੀ ਕਰਾਂਗੇ। ਗਰੂਮਿੰਗ ਕਰਨ ਤੋਂ ਬਾਅਦ ਜਿਹੜਾ ਬੱਚਾ ਇੰਟਰਸਟ ਹੋਊਗਾ ਉਹਨੂੰ ਲੈ ਕੇ ਆਵਾਂਗੇ ਅੱਗੇ। ਸੋ ਉਹਨਾਂ ਦਾ ਆਪਸ ਦੇ ਵਿੱਚ ਡਿਬੇਟ ਕਰਾਵਾਂਗੇ, ਜਿਹੜਾ ਸਾਨੂੰ ਚੰਗਾ, ਇਹ ਨਹੀਂ ਵੀ ਹਾਂ ਭਾਈ ਮੈਂ ਹੀ ਖਾਣਾ ਵਾ ਜਾਂ ਤੂੰ ਹੀ ਖਾਣਾ ਵਾ, ਨਹੀਂ, ਉਹਨਾਂ ਵਿੱਚੋਂ ਜਿਹੜਾ ਚੰਗਾ ਹੋਊਗਾ ਡਿਬੇਟ ਕਰਕੇ ਉਹਨੂੰ ਅੱਗੇ ਲੈ ਕੇ ਆਵਾਂਗੇ। ਉਸ ਮੁੱਦੇ ਨੂੰ ਅਸੀਂ ਮੱਦੇਨਜ਼ਰ ਰੱਖਦੇ ਆ ਨਾ, ਇਹ ਕੋਈ 5-6 ਸਾਲ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ, ਜਿਹਨੂੰ ਹੁਣ ਮਤਲਬ ਬੂਰ ਲੱਗਣ ਡਿਆ, ਜਿੱਦਾਂ ਕਹਿੰਦੇ ਮੈਨੂੰ ਫਲ ਲੱਗਣ ਡਿਆ। ਤੇ ਐਸੇ ਸਾਲ ਹੁਣ ਆਪਾਂ ਨੂੰ ਵੀ ਚਾਂਸ ਮਿਲਿਆ ਵੀ ਅਸੀਂ ਸਿਟੀ ਕਾਉਂਸਲ ਦੇ ਵਿੱਚ ਆਈਏ, ਤੇ ਡਿਸਟ੍ਰਿਕਟ 29 ਤੋਂ, ਤੇ ਉਹਦੇ ਮਤਲਬ ਸੋ ਇਹਦੇ ਵਿੱਚ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਆਪਣਾ ਘਰ ਹੁੰਦਾ, ਰਿਚਮੰਡ ਹਿੱਲ ਆਉਂਦਾ। ਜਦੋਂ ਸੈਂਸਸ ਹੋ ਕੇ ਹਟੀ ਪਿਛਲੇ ਸਾਲ, ਇਹਨਾਂ ਨੇ ਰਿਚਮੰਡ ਹਿੱਲ ਇਨਕਲੂਡ ਕਰ ਦਿੱਤਾ। ਸੋ ਰਿਚਮੰਡ ਹਿੱਲ ਜਦੋਂ ਇਨਕਲੂਡ ਆਇਆ ਤੇ ਆਪਾਂ ਤਾਂ ਖੁਸ਼ ਹੋ ਗਏ। ਆਪਾਂ ਕਹਿੰਦੇ ਵੀ ਭਾਈ ਹੁਣ ਤਾਂ ਡਿਸਟ੍ਰਿਕਟ ਵੱਡੀ ਮਿਲ ਗਈ ਆ, ਠੀਕ ਹੈ ਜੀ, ਤੇ ਰਿਚਮੰਡ ਹਿੱਲ ਇਨਕਲੂਡ ਹੋ ਗਿਆ ਤੇ ਇੱਥੇ ਅਸੀਂ ਜ਼ਰੂਰ ਰਨ ਕਰਾਂਗੇ। ਆਪਾਂ ਤਾਂ ਉਦੋਂ ਹੀ ਮਨ ਬਣਾ ਲਿਆ ਸੀ। ਤੇ ਦੂਜੀ ਵਾਰੀ ਜਦੋਂ ਇਹਨਾਂ ਨੇ ਡਿਸਟ੍ਰਿਕਟ ਨੂੰ ਐਕਸਕਲੂਡ ਕਰਨਾ ਚਾਹਿਆ, ਉਦੋਂ ਫਿਰ ਥੋੜ੍ਹਾ ਜਿਹਾ ਮਨ ਹੋਇਆ ਸੀ। ਪਰ ਜਿਵੇਂ ਗੈਰੀ ਮੈਂਡਰਿੰਗ ਕਹਿ ਦਿੰਦੇ ਆ ਵੀ ਸਾਡਾ ਏਰੀਆ ਇਨਕਲੂਡ ਨਹੀਂ ਕਰ ਰਿਹਾ, ਉਹਦੇ ਵਿੱਚ ਕੇਸ ਵੀ ਫਾਈਲ ਹੋਏ, ਪਰ ਉਹ ਵੀ ਅਸੀਂ ਉਹਨਾਂ ਵਿੱਚ ਵੀ ਆਪਣੀਆਂ ਜਦੋਂ ਪੇਸ਼ੀਆਂ ਦੇਣੀਆਂ ਹੁੰਦੀਆਂ ਜਾਂ ਆਪਣੀ ਮਤਲਬ ਰਾਏ ਦੇਣੀ ਹੁੰਦੀ ਉਹ ਵੀ ਦਿੱਤੀ। ਤਾਂ ਹੁਣ ਕੀ ਹੋਇਆ ਕਿ ਜਦੋਂ ਇੰਡੀਪੈਂਡੈਂਟ ਜਿਹੜੇ ਕਾਂਟਰੈਕਟਰ ਹੁੰਦੇ ਉਹਨਾਂ ਨੇ ਡਿਸਾਈਡ ਕੀਤਾ ਕਿ ਰਿਚਮੰਡ ਹਿੱਲ ਇਨਕਲੂਡ ਕਰਨਾ, ਰਿਚਮੰਡ ਹਿੱਲ ਇਨਕਲੂਡ ਹੋਇਆ, ਜਿਹਦੇ ਵਿੱਚ ਹੋਰ ਕਿਊ ਗਾਰਡਨ ਵੀ ਹੈਗਾ ਆ, ਫੋਰੈਸਟ ਵੀ ਹੈਗਾ ਤੇ ਰੀਗੋ ਪਾਰਕ ਵੀ ਹੈਗਾ। ਪਰ ਸਾਨੂੰ ਤਾਂ ਖੁਸ਼ੀ ਤਾਂ ਹੁੰਦੀ ਨਾ ਜਿੱਥੇ ਸਾਡੇ ਪੰਜਾਬੀ ਵੱਸਦੇ, ਹੁਣ ਅਸੀਂ ਉੱਥੇ ਉਹਨਾਂ ਨੂੰ ਕੁਝ ਦਵਾ ਸਕੀਏ। ਬਿਲਕੁਲ ਇੱਥੇ ਮੇਨ ਗੁਰੂ ਘਰ ਕਮੇਟੀਆਂ ਇੱਥੇ ਮੇਨ ਆ, 2 ਵੱਡੇ ਗੁਰੂ ਘਰ ਜਿਹੜੇ ਆ ਈਸਟ ਕੋਸਟ ਦੇ ਦੋਨੇ ਇੱਥੇ ਹਨ। ਤੇ ਕੀ ਤੁਸੀਂ ਮੰਨਦੇ ਹੋ ਵੀ ਇੱਕ ਸਿੱਖ ਨੁਮਾਇੰਦਾ ਹੋਣਾ ਪੰਜਾਬੀ ਕਮਿਊਨਿਟੀ ਦੇ ਲਈ ਜ਼ਰੂਰੀ ਕਿਉਂ ਜ਼ਰੂਰੀ ਤੁਸੀਂ ਸਮਝਦੇ ਹੋ ਵੀ ਸਿਟੀ ਹਾਲ ਦੇ ਵਿੱਚ ਸਾਡੇ ਪੱਗ ਵਾਲਾ ਭਰਾ ਜਿਹੜਾ ਉੱਥੇ ਬੈਠਾ ਹੋਣਾ ਚਾਹੀਦਾ? ਕੀ ਤੁਹਾਨੂੰ ਲੱਗਦਾ ਹੈ ਵੀ ਪੰਜਾਬੀਆਂ ਦੀਆਂ ਪ੍ਰੋਬਲਮ ਕਿਹੜੀਆਂ ਜਿਹੜੀਆਂ ਆਪਦਾ ਜਾ ਕੇ ਉੱਥੇ ਸੋਲਵ ਕਰਾ ਸਕਦਾ, ਜਿਹੜੇ ਹੋਰ ਨਹੀਂ ਕਰਾ ਸਕਦੇ? ਦੇਖੋ ਜੀ, ਪ੍ਰੋਬਲਮਾਂ ਬੜੀਆਂ ਤੇ ਉਹਨਾਂ ਦੇ ਹੱਲ ਕੋਈ ਖਾਸ ਵੱਡੇ ਨਹੀਂ ਹੁੰਦੇ, ਪਰ ਉਹਨਾਂ ਦਾ ਸਿਰਫ ਉਹਨੂੰ ਅਪਰੋਚ ਕਿੱਦਾਂ ਕਰਨੀ ਹੈ। ਤੇ ਕਹਿੰਦੇ ਹੁੰਦੇ ਆ ਜੇ ਕੋਈ ਮੰਗਣ ਦਾ ਤਰੀਕਾ ਨਾ ਹੋਵੇ ਤੇ ਉਹ ਮੰਗਣਾ ਵੀ ਨਹੀਂ ਆਉਂਦਾ। ਸਾਨੂੰ ਸਰਕਾਰ ਤੋਂ ਮੰਗਣਾ ਨਹੀਂ ਆਉਂਦਾ, ਸਾਡੇ ਕੋਲ ਸਾਰੀਆਂ ਉਹ ਚੀਜ਼ਾਂ ਅਵੇਲੇਬਲ ਆ, ਪਰ ਉਹਨੂੰ ਅਸੀਂ ਹੁਣ ਤਰੀਕੇ ਨਾਲ ਮੰਗਾਂਗੇ ਤਾਂ ਹੀ ਸਾਨੂੰ ਮਿਲਣਗੀਆਂ। ਪਰ ਉਹ ਮੰਗਣੀਆਂ ਕਿਹਨੇ ਆ? ਉਹ ਜੇ ਸਾਡਾ ਬੰਦਾ ਮੰਗੂਗਾ। ਹੁਣ ਜਿਵੇਂ ਫੋਰ ਐਗਜ਼ਾਮਪਲ ਛੋਟੀ ਜਿਹੀ ਐਗਜ਼ਾਮਪਲ ਦਈਏ ਕਿ ਗੁਰਦੁਆਰਾ ਸਾਹਿਬ ਅਸੀਂ ਸਵੇਰੇ ਉੱਠ ਕੇ 2:30-3 ਵਜੇ ਜਾਂਦੇ ਆ। ਨਿਤਨੇਮੀ ਜਿਹੜੇ ਬੰਦੇ ਹੈਗੇ, ਸਾਨੂੰ ਪਤਾ ਵਾ ਉਹ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਸਾਡਾ 4 ਵਜੇ ਹੋ ਜਾਂਦਾ ਹੈ ਨਾ ਗੁਰੂ ਮਹਾਰਾਜ ਦਾ। ਤੇ ਉਹ ਹੁਣ ਇਹਨਾਂ ਨੂੰ ਬੰਦਿਆਂ ਨੂੰ ਕੀ ਪਤਾ ਕਿ 4 ਵਜੇ ਉੱਠ ਕੇ ਗੁਰਦੁਆਰੇ 2:30 ਵਜੇ ਕਿਉਂ ਜਾਂਦੇ ਆ। ਹੁਣ ਉਸ ਏਰੀਏ ਦੇ ਵਿੱਚ ਸੇਫਟੀ ਦਾ ਇਸ਼ੂ ਆ ਜੀ। ਦੇਖੋ ਪਿੱਛੇ ਥੋੜ੍ਹੇ 1.5 ਸਾਲ ਪਹਿਲਾਂ ਸਾਡੇ ਸਿੱਖਾਂ ਦੇ ਉੱਤੇ ਹਮਲੇ ਹੋਏ, ਉਹਨਾਂ ਨੂੰ ਪਤਾ ਨਹੀਂ ਹਾਲੇ ਤੱਕ। ਸਾਨੂੰ ਇਹਨੇ ਕਿੰਨੇ ਸਾਲ ਮਤਲਬ ਕਮ ਸੇ ਕਮ 50 ਸਾਲ ਤੋਂ 31 ਸਾਲ ਤਾਂ ਮੈਨੂੰ ਹੋ ਗਏ ਇੱਥੇ ਰਹਿੰਦੇ ਨੂੰ, 50 ਸਾਲ ਤੋਂ ਉੱਪਰ ਦੀ ਵਸੋਂ ਹੈਗੀ ਆ। ਉਹਨਾਂ ਨੂੰ ਹਾਲੇ ਤੱਕ ਇਹੀ ਨਹੀਂ ਪਤਾ ਲੱਗਿਆ ਵੀ ਸਿੱਖ ਕੌਣ ਹੁੰਦੇ ਆ। ਉਹਨਾਂ ਨੂੰ ਇਹ ਅਸੀਂ ਕਿਉਂ ਉੱਠ ਕੇ ਅਰਲੀ ਜਾਂਦੇ ਆ, ਜਾਂ ਅਸੀਂ ਗੁਰਦੁਆਰਾ ਸਾਹਿਬ 'ਚ ਕਿੱਦਾਂ ਪ੍ਰੇ ਕਰਦੇ ਹਾਂ, ਜਾਂ ਸਾਨੂੰ ਅਸੀਂ ਕਿਉਂ, ਸਾਡਾ ਰੀਜ਼ਨ ਕੀ ਆ, ਉਹਨਾਂ ਨੂੰ ਦੱਸਾਂਗੇ ਤਾਂ ਅਸੀਂ ਦੱਸਾਂਗੇ ਨਾ। ਸਾਡੇ ਏਰੀਏ 'ਚ ਸਾਡੇ ਬੰਦੇ ਰਿਪਰੈਜ਼ੈਂਟੇਟਿਵ ਹੋਣਗੇ ਤਾਂ ਸਾਨੂੰ ਸੇਫਟੀ ਮਿਲੂਗੀ। ਅਸੀਂ ਉਹਨੂੰ ਦੱਸ ਸਕਦੇ ਭਾਈ ਵੀ ਇਸ ਵੇਲੇ ਸਾਡੇ ਬੰਦੇ ਪ੍ਰੇ ਕਰਨ ਜਾਂਦੇ ਆ, ਗੁਰਦੁਆਰਿਆਂ 'ਚ ਜਾਂਦੇ, ਮੰਦਰਾਂ 'ਚ ਜਾਂਦੇ, ਮੌਸਕ 'ਚ ਜਾਂਦੇ ਆ। ਉਹ ਸਾਡੇ ਬੰਦੇ ਹੋਣਗੇ ਤੇ ਅਸੀਂ ਲਾਅ ਇਨਫੋਰਸਮੈਂਟ ਦੀਆਂ ਉਹਨਾਂ ਨੂੰ ਸੇਫਟੀ ਵੀ ਦਵਾ ਸਕਦੇ ਹਾਂ। ਤੇ ਇੱਦਾਂ ਹੀ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਹੋਰ ਗੁਰੂ ਘਰ ਦੇ ਲਈ ਜਾਂ ਮੰਦਰਾਂ ਲਈ ਜਾਂ ਸਾਡੇ ਮੌਸਕ ਲਈ ਹੁੰਦੀਆਂ ਵਾ ਜਾਂ ਸਿਨੇਗਾਗ ਲਈ ਹੁੰਦੀਆਂ ਵਾ, ਉਹਨਾਂ ਦੇ ਲਈ ਅਸੀਂ ਕਿੱਦਾਂ ਦਵਾਵਾਂਗੇ? ਜੇਕਰ ਸਾਡੇ ਏਰੀਏ 'ਚ ਅਸੀਂ ਰਿਪਰੈਜ਼ੈਂਟ ਕਰਾਂਗੇ ਤਾਂ ਹੀ ਦਵਾਵਾਂਗੇ ਨਾ। ਉਹ ਤੇ ਸਾਰੇ ਕਲਚਰ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ। ਸੋ ਇਹ ਮੋਟੀਆਂ ਜਿਹੜੀਆਂ ਗੱਲਾਂ ਵਾ। ਤੁਹਾਨੂੰ ਕੀ ਲੱਗਦਾ ਸਾਡੀ ਕਮਿਊਨਿਟੀ ਨਾ ਵੋਟ ਵੀ ਬਹੁਤ ਘੱਟ ਪਾਉਂਦੀ ਆ? ਉਹਨਾਂ ਨੂੰ ਹੋਰ ਪ੍ਰੇਰਿਤ ਕਰਨ ਦੀ ਲੋੜ ਆ, ਵੋਟ ਬਾਰੇ ਦੱਸਣ ਦੀ ਲੋੜ ਆ ਉਹਨਾਂ ਨੂੰ। ਮੈਨੂੰ ਲੱਗਦਾ ਜਿਵੇਂ ਉੱਥੇ ਬੂਥ ਲਾਉਂਦੇ ਆ ਉਵੇਂ ਬੂਥ ਲਾਉਣ ਦੀ ਲੋੜ ਆ, ਉਵੇਂ ਜਿਵੇਂ ਗੱਡੀਆਂ ਤੇ ਲੈ ਕੇ ਜਾਂਦੇ ਘਰੋਂ ਘਰੀ ਉਵੇਂ ਲੈ ਕੇ ਜਾਣ ਦੀ ਲੋੜ ਆ। ਹਾਲੇ ਸਾਡੀ ਕਮਿਊਨਿਟੀ ਦੇ ਵਿੱਚ ਜਾਗਰੂਕਤਾ ਜਿਹੜੀ ਆ ਵੋਟ ਨੂੰ ਲੈ ਕੇ ਕਿਉਂ ਨਹੀਂ ਉਸ ਲੈਵਲ ਤੱਕ ਆਈ ਜਿਵੇਂ ਹੋਰ ਕਮਿਊਨਿਟੀਆਂ ਦੇ ਵਿੱਚ ਆ? ਦੇਖੋ ਮੈਨੂੰ ਨਾ ਪਿਛਲੇ ਸਾਲ ਫਰਵਰੀ ਮਹੀਨੇ 'ਚ ਇੰਡੀਆ ਇੱਕ ਇਲੈਕਸ਼ਨ, ਆਪਣੀ ਫੈਮਿਲੀ ਦੀ ਇਲੈਕਸ਼ਨ ਸੀਗੀ, ਤੇ ਉਹ ਮੈਨੂੰ ਦੇਖਣ ਦਾ ਮਤਲਬ ਮੌਕਾ ਮਿਲਿਆ ਵੀ ਉੱਥੇ ਇਲੈਕਸ਼ਨ ਕਿੱਦਾਂ ਲੜ ਹੁੰਦੀ ਆ। ਤੇ ਉੱਥੇ ਤਾਂ ਕੋਈ ਮਾਹੌਲ ਹੀ ਹੋ ਰਿਹਾ। ਜੇ ਅਸੀਂ ਕਹੀਏ ਵੀ ਅਸੀਂ ਕੀ ਉਹ ਇਸ ਤਰੀਕੇ ਨਾਲ, ਜਿੱਦਾਂ ਤੁਸੀਂ ਪਹਿਲਾਂ ਪੁੱਛ ਕੇ ਹਟੇ ਆ ਵੀ ਇੱਥੇ ਟੈਂਟ ਲਾਉਣੇ ਚਾਹੀਦੇ ਆ ਜਾਂ ਰੈਲੀਆਂ ਕੱਢਣੀਆਂ ਚਾਹੀਦੀਆਂ, ਮੈਂ ਕਹਿੰਦਾ ਉਹ ਸ਼ਾਇਦ ਮਾਹੌਲ ਵੀ ਇੱਥੇ ਵਧੀਆ ਲੱਗੂਗਾ। ਅਸੀਂ ਟਰਾਈ ਕਰਾਂਗੇ ਪੂਰੀ ਤੁਹਾਡੇ ਦੇ ਸਹਾਇਤਾ ਦੇ ਨਾਲ ਕਿ ਅਸੀਂ ਥੋੜ੍ਹੀ ਉਸ ਤਰੀਕੇ ਦਾ ਮਾਹੌਲ ਬਣਾਈਏ। ਆਪਣੇ ਜਿਹੜੇ ਸ਼ਾਇਦ ਆਪਣੇ ਬੰਦੇ ਵੋਟਾਂ ਘੱਟ ਪਾਉਣ ਜਾਂਦੇ, ਇਸ ਕਰਕੇ ਵੀ ਉਹਨਾਂ ਨੂੰ ਮਾਹੌਲ ਜਿਹਾ ਨਹੀਂ ਮਹਿਸੂਸ ਹੁੰਦਾ ਵੀ ਖਰੇ ਇਲੈਕਸ਼ਨ ਦਾ ਮਾਹੌਲ ਆਇਆ। ਅਸੀਂ ਉਹ ਵੀ ਐਕਟਿਵ ਟਰਾਈ ਕਰਾਂਗੇ ਵੀ ਆਪਣੇ ਦੇਸੀ ਤਬਕੇ ਨੂੰ ਦੱਸਣ ਦੀ ਵੀ ਯਾਰ ਇੱਥੇ ਵੀ ਇਲੈਕਸ਼ਨ ਹੁੰਦੀ ਆ, ਕਿ ਆਓ ਅਸੀਂ ਆਪਾਂ ਇਲੈਕਸ਼ਨ ਨੂੰ ਜਿੱਤੀਏ ਤੇ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਬੈਨੀਫਿਟ ਦਵਾਈਏ। ਉਹ
ਬਿਲਕੁਲ। ਤੇ ਨਾਲ ਦੀ ਨਾਲ ਤੁਸੀਂ ਰਿਚਮੰਡ ਹਿੱਲ ਦੀ ਗੱਲ ਕੀਤੀ ਆ, ਵੱਡੀ ਵਸੋਂ ਪੰਜਾਬੀਆਂ ਦੀ ਇੱਥੇ ਰਹਿੰਦੀ ਹੈ, ਹਨਾ। ਜ਼ਿਆਦਾਤਰ ਪੰਜਾਬੀ ਜਦੋਂ ਵੀ ਆਉਂਦੇ ਆ ਅਮਰੀਕਾ ਦੇ ਵਿੱਚ ਤਾਂ ਉਹਨਾਂ ਦਾ ਪਹਿਲਾ ਟਿਕਾਣਾ ਰਿਚਮੰਡ ਹਿੱਲ ਹੀ ਹੁੰਦਾ, ਹਨਾ। ਤੇ ਇੱਥੋਂ ਰਿਚਮੰਡ ਹਿੱਲ ਦੇ ਵਿੱਚ ਸਾਡੀ ਕਮਿਊਨਿਟੀ ਦੀਆਂ ਕੀ ਲੋੜਾਂ ਤੋਂ ਤੁਹਾਨੂੰ ਲੱਗਦੀਆਂ ਵਾ ਵੀ ਆਹ ਚੀਜ਼ਾਂ ਜਿਹੜੀਆਂ ਸਾਡੀ ਕਮਿਊਨਿਟੀ ਦੇ ਲਈ ਹੋਣੀਆਂ ਚਾਹੀਦੀਆਂ? ਜੇ ਤੁਸੀਂ ਸਿਟੀ ਹਾਲ ਦੇ ਵਿੱਚ ਪਹੁੰਚ ਜਾਂਦੇ ਆ, ਸਾਡੀ ਕਮਿਊਨਿਟੀ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ? ਦੇਖੋ ਜੀ, ਮੈਂ ਬਹੁਤ ਜ਼ਿਆਦਾ ਵੱਡੀ ਮੇਰੀ ਜਿਹੜੀ ਕਨਸੈਂਟਰੇਸ਼ਨ ਹੈਗੀ ਆ, ਤੁਸੀਂ ਮੇਰਾ ਕੋਈ ਵੀ ਲਿਟਰੇਚਰ ਚੱਕ ਕੇ ਦੇਖੋ ਜਿਹੜਾ ਅੱਜ ਕੱਲ੍ਹ ਮੇਲ 'ਚ ਵੀ ਆ ਰਿਹਾ ਵਾ, ਜਾਂ ਮਤਲਬ ਬਾਈ ਹੈਂਡ ਡੋਰ ਟੂ ਡੋਰ ਜਾ ਕੇ ਵੀ ਅਸੀਂ ਮਤਲਬ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਹੈਗਾ ਜੀ ਐਜੂਕੇਸ਼ਨ, ਉਸ ਤੋਂ ਬਾਅਦ ਹੈਗਾ ਸੇਫਟੀ, ਤੇ ਫਿਰ ਹੈਗੇ ਆਪਣੇ ਸੀਨੀਅਰ ਸਿਟੀਜ਼ਨ, ਤੇ ਇਸ ਤਰ੍ਹਾਂ ਕਰਕੇ ਮਤਲਬ ਉਹ ਮੈਂ ਐਜੂਕੇਸ਼ਨ 'ਤੇ ਕਿਉਂ ਜ਼ੋਰ ਲਾ ਰਿਹਾ ਕਿ ਮੈਂ ਤੁਹਾਨੂੰ ਛੋਟਾ ਜਿਹਾ ਪਰਸਨਲ ਟੱਚ ਦਿੰਦਾ। ਮੇਰੇ ਤਿੰਨੇ ਹੀ ਬੱਚੇ, ਮੇਰੇ ਦੋ ਬੇਟੀਆਂ ਨੇ ਤੇ ਇੱਕ ਮੇਰਾ ਬੇਟਾ ਵਾ, ਤਿੰਨੇ ਬੱਚੇ ਗਿਫਟਡ ਐਂਡ ਟੈਲੈਂਟਡ ਦਾ ਟੈਸਟ ਪਾਸ ਕੀਤਾ। ਹੋਇਆ ਕੀ ਕਿ ਜਦੋਂ ਆਇਆ ਟਾਈਮ ਉਹਨਾਂ ਨੂੰ ਸੀਟ ਦਿਵਾਉਣ ਦਾ, ਹੁਣ ਉਹ ਸਿਰਫ ਸਿਟੀ ਦੇ ਵਿੱਚ, ਕੁਈਨਸ ਦੇ ਵਿੱਚ ਜਾਂ ਹਰ ਬੋਰੋ ਦੇ ਵਿੱਚ ਕੁਛ ਲਿਮਟਡ, ਬਹੁਤ ਹੀ ਲਿਮਟਡ ਲੈਵਲ ਦੇ ਸਕੂਲ ਆ ਜਿਹੜੇ ਉਹ ਆਫਰ ਕਰਦੇ ਪ੍ਰੋਗਰਾਮ, ਉਸ ਤੋਂ ਬਾਅਦ ਉਹ 'ਚ ਸੀਟਾਂ ਹੁੰਦੀਆਂ। ਹੁਣ ਮੇਰੇ ਤਿੰਨੇ ਬੱਚਿਆਂ ਨੂੰ ਵਿਚਾਰਿਆਂ ਨੂੰ ਉਹ 'ਚ ਸੀਟ ਨਹੀਂ ਮਿਲੀ। ਹੁਣ ਮੈਂ ਕਹਿੰਦਾ ਜਿਹੜੇ ਸਮਾਰਟ ਬੱਚੇ ਇੱਦਾਂ ਹਰ ਏਰੀਏ 'ਚੋਂ ਹੈਗੇ ਆ, ਸਾਡੇ ਏਸ਼ੀਅਨ ਤਾਂ ਵੈਸੇ ਹੀ ਸਮਾਰਟ ਗਿਣੇ ਗਏ ਆ, ਉਹਨਾਂ ਨੂੰ ਜਦੋਂ ਸੀਟ ਨਹੀਂ ਮਿਲਦੀ ਤਾਂ ਉਹ ਪਿੱਛੇ ਪੈ ਜਾਂਦੇ ਆ। ਪਬਲਿਕ ਐਜੂਕੇਸ਼ਨ ਦੇ ਵਿੱਚ 35 ਤੋਂ ਵੱਧ ਸਟੂਡੈਂਟ ਜਿਹੜੇ ਆ ਉਹ ਕਲਾਸਾਂ ਦੇ ਵਿੱਚ ਆ। ਹੁਣ 40 ਮਿੰਟ ਦੀ ਕਲਾਸ ਆ, ਹੁਣ ਤੁਸੀਂ ਹਿਸਾਬ ਲਾਓ ਉਹਨੂੰ ਤਕਸੀਮ ਕਰਕੇ, ਜੇ 35 ਸਟੂਡੈਂਟ ਆ ਤੇ 40 ਮਿੰਟ ਦੀ ਕਲਾਸ ਆ, 1 ਮਿੰਟ ਤੇ 10 ਸਕਿੰਟ ਤੇ ਇੱਕ ਬੱਚੇ ਨੂੰ ਨਹੀਂ ਮਿਲ ਰਿਹਾ ਕਲਾਸ 'ਚ, ਤਾਂ ਤੁਸੀਂ ਉਹਨੂੰ ਵਿਚਾਰੇ ਨੂੰ ਸਮਾਰਟ ਕਿੱਦਾਂ ਬਣਾ ਲਓਗੇ? ਹਾਂਜੀ, ਸੋ ਇਸ ਕਰਕੇ ਉਹਨਾਂ ਨੂੰ ਫੰਡਿੰਗ ਦੀ ਜ਼ਰੂਰਤ ਆ, ਸ਼ਾਇਦ ਵੱਧ ਟੀਚਰ ਹਾਇਰ ਕੀਤੇ ਜਾਣ ਤੇ ਉਹਨਾਂ ਦੇ ਵਿੱਚ ਬਹੁਤ ਤਵੱਜੋ ਦੇਣ ਦੀ ਲੋੜ ਹੈ। ਇਹ ਐਜੂਕੇਸ਼ਨ ਦੀ ਗੱਲ ਹੋ ਗਈ, ਤੇ ਹੋਰ ਵੀ ਸਾਰੇ ਮੁੱਦਿਆਂ ਤੇ ਗੱਲਬਾਤ ਕਰਦੇ। ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੁੱਖੀ ਨਿੱਜਰ ਹੋਣਾ ਦੇ ਨਾਲ। ਇਲੈਕਸ਼ਨ ਹੈ 27 ਜੂਨ ਨੂੰ, ਔਰ ਡਿਸਟ੍ਰਿਕਟ 29 ਤੋਂ ਨਿਊਯਾਰਕ ਤੋਂ ਸਿਟੀ ਕਾਉਂਸਲ ਦੇ ਲਈ ਇਲੈਕਸ਼ਨ ਲੜ ਰਹੇ ਨੇ। ਡੈਮੋਕ੍ਰੇਟ ਪਾਰਟੀ ਦੀ ਪ੍ਰਾਇਮਰੀ ਚੋਣ ਹੋ ਰਹੀ ਹੈ। ਸੋ ਹੋਰ ਵੀ ਕਈ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਨਾਲ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706। ईमेल gilpardeep11@yahoo.in। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੁੱਖੀ ਨਿੱਜਰ ਹੋਣਾ ਦੇ ਨਾਲ, ਕਿਉਂਕਿ 27 ਜੂਨ ਨੂੰ ਨਿਊਯਾਰਕ ਦੇ ਵਿੱਚ ਇਲੈਕਸ਼ਨ ਆ ਤੇ ਡਿਸਟ੍ਰਿਕਟ 29 ਤੋਂ ਆਪਣੀ ਕਿਸਮਤ ਆ ਜਿਹੜੀ ਉਹ ਅਜ਼ਮਾ ਰਹੇ ਨੇ। ਆਓ ਗੱਲਬਾਤ ਜਿਹੜੀ ਜਾਰੀ ਰੱਖਦੇ ਹਾਂ। ਸੁੱਖੀ ਭਾਜੀ, ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਹੈ, ਤੁਸੀਂ ਇੱਕ ਇਸ਼ੂ ਨੂੰ ਐਡਰੈਸ ਕੀਤਾ ਸੀ ਐਜੂਕੇਸ਼ਨ ਵਾਲੇ ਨੂੰ, ਹੈ ਨਾ। ਹੋਰ ਕਿਹੜੀਆਂ ਲੋੜਾਂ ਨੇ ਸਾਡੀ ਕਮਿਊਨਿਟੀ ਦੀਆਂ? ਜਿਵੇਂ ਤੁਸੀਂ ਗੱਲ ਕੀਤੀ ਸੀ ਇੱਥੇ ਸੇਫਟੀ ਦਾ ਇਸ਼ੂ ਆ, ਜਾਂ ਇੱਥੇ ਸਾਡੇ ਕੋਲੇ ਹਜੇ ਕਮਿਊਨਿਟੀ ਸੈਂਟਰ ਨਹੀਂ ਗਾ ਕੋਈ ਵੀ, ਸਾਡੇ ਬਜ਼ੁਰਗਾਂ ਦੇ ਲਈ ਕੋਈ ਇੱਥੇ ਬੈਠਣ ਦੀ ਥਾਂ ਨਹੀਂ ਗਈ। ਨਾਲ ਦੀ ਨਾਲ ਰਾਤ ਨੂੰ ਕਈ ਵਾਰੀ ਇੱਥੇ ਨਿਕਲਣ ਦੇ ਵਿੱਚ ਸਾਨੂੰ ਬੜੀ ਪ੍ਰੋਬਲਮ ਆਉਂਦੀ ਆ। ਹੋਰ ਸਾਡੇ ਤੇ ਜਿਵੇਂ ਇੱਥੇ ਹੇਟ ਕ੍ਰਾਈਮ ਵਗੈਰਾ ਗਏ ਜਿਹੜੇ ਇੱਥੇ ਅਟੈਕ ਹੋਇਆ, ਉਹ ਵੀ ਸਾਡੀਆਂ ਇਸ਼ੂਜ਼ ਨੇ। ਹੋਰ ਇੱਥੇ ਰੋਡਾਂ ਦੀ ਵੀ ਬੜੀ ਪ੍ਰੋਬਲਮ ਆ, ਰੋਡ ਵੀ ਉਨੇ ਵਧੀਆ ਨਹੀਂ ਜਿੰਨੇ ਹੋਰ ਅਸੀਂ ਲੌਂਗ ਆਈਲੈਂਡ ਜਾਂ ਹੋਰ ਕਿਸੇ ਡਿਸਟ੍ਰਿਕਟ ਦੇ ਵਿੱਚ ਜਾ ਕੇ ਦੇਖਦੇ ਹਾਂ। ਤੇ ਇਹਨਾਂ ਨੂੰ ਕਿਵੇਂ ਤੁਸੀਂ ਐਡਰੈਸ ਕਰੋਗੇ? ਦੇਖੋ, ਪਹਿਲਾਂ ਐਜੂਕੇਸ਼ਨ ਦਾ ਤੁਹਾਨੂੰ ਦੱਸਿਆ, ਉਹ ਤੋਂ ਬਾਅਦ ਸੇਫਟੀ ਆ ਗਈ। ਇਹ ਜਿੰਨੇ ਵੀ ਤੁਸੀਂ ਜਾਂ ਐਜੂਕੇਸ਼ਨ ਲਾ ਲਓ, ਸੇਫਟੀ ਲਾ ਲਓ, ਰੋਡਸ ਵਧੀਆ ਨਹੀਂ ਹੈਗੇ, ਜਾਂ ਸਾਡੇ ਸੀਨੀਅਰ, ਇਹ ਸਾਰੇ ਇੱਕ ਅੰਡਰ ਦੀ ਅਮਬਰੇਲਾ ਹੁੰਦੇ ਕੁਆਲਿਟੀ ਆਫ ਲਾਈਫ। ਸੋ ਜਿਹਨੂੰ ਕਿ ਮੈਂ ਮੱਦੇ ਨਜ਼ਰ ਰੱਖਦਿਆਂ ਸਾਰਿਆਂ ਮੁੱਦਿਆਂ ਨੂੰ ਟੱਚ ਕਰਨ ਦੀ ਟਰਾਈ ਕੀਤੀ ਆ। ਜਿਵੇਂ ਸਾਡੇ ਸੀਨੀਅਰ ਦੇ ਆ, ਉਹ ਵੀ ਕੁਆਲਿਟੀ ਆਫ ਲਾਈਫ ਆ। ਹੁਣ ਤੁਸੀਂ ਬੁੱਢੇ ਤਾਂ ਹੋਣਾ ਹੀ ਹੈ ਨਾ, ਬੁੱਢੇ ਹੋਣ ਤੋਂ ਬਾਅਦ ਜੇ ਤੁਹਾਨੂੰ ਉਹ ਕੁਆਲਿਟੀ ਆਫ ਲਾਈਫ ਨਹੀਂ ਮਿਲਦੀ, ਜਿਹਦੇ ਵਿੱਚ ਕੀ ਸਾਡੇ ਮੈਡੀਕਲ ਇੰਸ਼ੋਰੈਂਸਸ ਆ, ਰਾਈਟ, ਉਹਨਾਂ ਨੂੰ ਟੱਚ ਕਰਦੇ ਆ। ਸੋ ਉਹ ਸਾਡੇ ਕਟੌਤੀ ਬਹੁਤ ਹੁੰਦੀ ਆ। ਜਿਵੇਂ 100 ਕੋਟੀਆਂ ਮਿਲਦੀਆਂ, ਉਹਨਾਂ 'ਚ ਕਟੌਤੀ ਹੁੰਦੀ ਆ। ਉਹ ਹੈ ਤਾਂ ਸਟੇਟ ਲੈਵਲ ਦਾ, ਪਰ ਕੀ ਅਸੀਂ ਉਹਨਾਂ ਨੂੰ ਐਡਰੈਸ ਕਰ ਸਕਦੇ ਹਾਂ? ਸਾਨੂੰ ਉਹ ਜਿਹੜੇ ਸਾਡੇ ਅਸੈਂਬਲੀਮੈਨ ਹੁੰਦੇ ਆ ਜਾਂ ਸੈਨੇਟ ਹੁੰਦੇ ਆ, ਉਹਨਾਂ ਨੂੰ ਇੱਕ ਕੋਲੀਸ਼ਨ ਤਿਆਰ ਕਰਕੇ ਨਾਲ ਲੈ ਕੇ ਚੱਲਣਾ ਪੈਂਦਾ। ਬਈ ਸਾਡੇ ਕੰਸਟੀਚੂਐਂਟ ਆ ਇਹ, ਸਾਡੇ ਕਹਿਣ ਦਾ ਮਤਲਬ ਸਾਡੇ ਇਹ ਡਿਸਟ੍ਰਿਕਟ ਦੇ ਰੈਜ਼ੀਡੈਂਟ ਆ, ਇਹਨਾਂ ਨੂੰ ਆਹ ਚੀਜ਼ਾਂ ਦੀ ਲੋੜ ਆ। ਜੇ ਉਹ ਸਾਡੇ ਸਿਟੀ ਲੈਵਲ ਦੇ ਸਾਡੇ ਕਾਉਂਸਲ ਦੇ ਥੱਲੇ ਨਾ ਆਉਣਗੇ ਤਾਂ ਅਸੀਂ ਉਹਨਾਂ ਨੂੰ ਅਪਰੋਚ ਕਰਾਂਗੇ, ਉਹ ਸਾਡੇ ਨਾਲ ਕੋਲੀਸ਼ਨ ਕਰਨਗੇ। ਅਕਸਰ ਨੂੰ ਉਹਨਾਂ ਵੀ ਤਾਂ ਵੋਟਾਂ ਚਾਹੀਦੀਆਂ ਨਾ, ਉਹ ਇਹ ਸਾਡੇ ਏਰੀਏ ਵੀ ਉਹਨਾਂ ਦੇ ਅੰਡਰ ਆਉਣੇ ਆ। ਸੋ ਇਸ ਕਰਕੇ ਮੈਂ ਇਹ ਸੋਚਿਆ ਕਿ ਸਾਡੇ ਜੋ ਕਮਿਊਨਿਟੀ ਦੇ ਵਿੱਚ ਇੱਦਾਂ ਦੇ ਮੁੱਦੇ ਆ, ਸੇਫਟੀ ਜਿਹੜੀ ਕਿ ਸਿਟੀ ਕਾਉਂਸਲ ਦੇ ਅੰਡਰ ਆਉਂਦੀ ਆ, ਠੀਕ ਹੈ ਜੀ, ਕਿਉਂਕਿ ਬਜਟ ਜਿਹੜਾ ਐਲੋਕੇਸ਼ਨ ਕਰਨਾ ਹੁੰਦਾ, ਬਜਟ 'ਚ ਯੈਸ ਐਂਡ ਨੋ ਜਿਹੜੀ ਉਹ ਸਿਟੀ ਕਾਉਂਸਲ ਦੇ ਕਰਨੀ ਹੁੰਦੀ ਆ। ਹੁਣ ਪਿੱਛੇ ਜਿਹੜਾ ਕਿ ਸਭ ਤੋਂ ਪਹਿਲਾਂ ਇੱਕ ਮੈਂ ਜਿਹਦੇ ਅਗੇਂਸਟ ਆ, ਸਾਡੇ ਜਿਹੜੇ ਹੁਣ ਕਰੰਟ ਕਾਉਂਸਲ ਵੂਮਨ ਹੈਗੀ ਆ, ਉਹਨਾਂ ਨੇ ਵੋਟ ਪਾਈ ਆ ਯੈਸ ਕਿ ਸਿਟੀ ਦੇ ਵਿੱਚੋਂ ਐਜੂਕੇਸ਼ਨ ਬਜਟ ਕੱਟ ਹੋਣਾ ਚਾਹੀਦਾ 10%। ਉਹ ਕਿੱਥੇ ਐਲੋਕੇਸ਼ਨ ਕਰਨਾ ਵਾ? ਨਾ ਉਹ ਸੇਫਟੀ 'ਚ ਗਿਆ, ਉਹ ਹੋਰ ਹੀ ਕਿਸੇ ਪਾਸੇ ਚਲਾ ਗਿਆ, ਜਿਹਦੇ ਵਿੱਚ ਸਾਨੂੰ ਸ਼ਾਇਦ ਉਹਦੀ ਲੋੜ ਹੋਵੇ ਕਿਸੇ ਹੋਰ ਏਰੀਆ ਦੇ ਵਿੱਚ, ਪਰ ਸਾਡੇ ਏਰੀਆ 'ਚ ਤਾਂ ਲੋੜ ਨਹੀਂ। ਸਾਡੇ ਏਰੀਆ 'ਚ ਜਿਹੜੀ ਐਜੂਕੇਸ਼ਨ ਦੀ, ਸੇਫਟੀ ਦੀ
ਤੇ ਸੀਨੀਅਰਸ ਵਾਸਤੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਨਾ, ਉਹਨਾਂ ਚੀਜ਼ਾਂ ਦੀ ਮੇਨ ਬਹੁਤ ਵੱਡੀ ਲੋੜ ਆ। ਹਾਂ, ਸਾਡੀਆਂ ਸੀਟਾਂ ਵੀ ਜਿਹੜੀਆਂ ਬਹੁਤ ਕਲੀਨ ਅਪ ਕਰਨ ਦੀ ਲੋੜ ਆ, ਗਾਰਬੇਜ ਥਾਂ ਤੇ ਖਿਲਰ ਰਿਹਾ, ਕਿਉਂ ਨਹੀਂ ਅਸੀਂ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਅਸੀਂ ਅਕਾਊਂਟੇਬਲ ਹੋਲਡ ਕਰਦੇ। ਸੋ ਇਹਨਾਂ ਮੁੱਦਿਆਂ ਨੂੰ ਜਿਹੜੇ ਆ ਸਿਟੀ ਕਾਉਂਸਲ ਟੱਚ ਕਰਦੇ ਆ। ਤੇ ਮੈਂ ਜਿਵੇਂ ਸਾਨੂੰ ਪਿਛਲੇ ਥੋੜ੍ਹੇ ਸਾਲਾਂ ਤੋਂ ਮੌਕਾ ਮਿਲਿਆ ਵੀ ਕਾਉਂਸਲਮੈਨਾਂ ਨਾਲ ਤੇ ਆਪਣੇ ਅਸੈਂਬਲੀਮੈਨ ਸੈਨੇਟਰਾਂ ਨਾਲ ਵੀ ਜੋ ਡੱਬ ਹੈਗਾ ਉਹਨਾਂ ਨਾਲ ਸਾਨੂੰ ਇਨ ਟੱਚ ਹੋਣ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਐਕਸਪਲੇਨ ਕੀਤਾ। ਉਹ ਕਹਿੰਦੇ ਦੇਖੋ ਸਾਡੇ ਕੋਲ ਮੁੱਦੇ ਲੈ ਕੇ ਆਓ। ਮੈਂ ਕਹਿੰਦਾ ਗੱਲ ਦੇ ਵਿੱਚ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਜਿਹੜੇ ਪੋਲੀਟੀਸ਼ੀਅਨ ਸਾਨੂੰ ਬਹੁਤ ਵਧੀਆ ਰਿਸਪੈਕਟਡ, ਸਾਡੇ ਸਾਰੇ ਪੋਲੀਟੀਸ਼ੀਅਨ ਆ ਕੇ ਕਹਿੰਦੇ ਆ ਸਾਨੂੰ ਦੱਸੋ ਅਸੀਂ ਤੁਹਾਡੇ ਲਈ ਕੀ ਕਰੀਏ ਨਾ। ਕੀ ਗੱਲ, ਅਸੀਂ ਪੜ੍ਹੇ ਲਿਖੇ ਨਹੀਂ ਹੈਗੇ, ਕੀ ਇਹ ਆਪਣੇ ਆਪ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ? ਸਾਡੇ ਕਮਿਊਨਿਟੀ ਦੇ ਵਿੱਚੋਂ ਡਾਕਟਰ ਵੀ ਹੈਗੇ ਆ, ਵਕੀਲ ਵੀ ਹੈਗੇ ਆ, ਇੰਜੀਨੀਅਰ ਵੀ ਹੈਗੇ ਆ, ਸਾਡੇ ਅੱਜ ਕੱਲ੍ਹ ਜਿਹੜੇ ਬੱਚੇ ਆ ਉਹ ਸਾਇੰਟਿਸਟ ਵੀ ਬਣ ਰਹੇ ਆ। ਤਾਂ ਕੀ ਗੱਲ ਅਸੀਂ ਪੋਲੀਟੀਸ਼ੀਅਨ ਨਹੀਂ ਬਣ ਸਕਦੇ? ਪੋਲੀਟੀਸ਼ੀਅਨ ਬਣਾਂਗੇ, ਆਪਣੇ ਏਰੀਏ 'ਚ ਕਿਹੜੀਆਂ ਚੀਜ਼ਾਂ ਦੀਆਂ ਲੋੜਾਂ ਆ ਉਹ ਅਸੀਂ ਦੱਸਾਂਗੇ ਤੇ ਅਸੀਂ ਲੈ ਕੇ ਆਵਾਂਗੇ। ਪਰ ਸੁੱਖੀ ਭਾਜੀ, ਹੁਣ ਤੱਕ ਜੇ ਆਪਾਂ ਦੇਖੀਏ ਤਾਂ ਹੁਣ ਇੱਥੇ ਗੁਰੂ ਘਰਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਾਡੇ ਗੁਰੂ ਘਰਾਂ ਦੇ ਵਿੱਚ ਇੱਥੇ ਮੇਅਰ ਵੀ ਆਉਂਦਾ ਹੈ, ਇੱਥੇ ਮੈਜੋਰਟੀ ਲੀਡਰ ਵੀ ਆਉਂਦਾ ਹੈ, ਇੱਥੇ ਸਾਰੇ ਕੌਂਸਲਮੈਨ ਵੀ ਆਉਂਦੇ। ਵੋਟਾਂ ਵੇਲੇ ਅਸੀਂ ਉਹਨਾਂ ਨੂੰ ਆਪਦੀ ਸਟੇਜ ਵੀ ਦਿੰਦੇ ਹਾਂ ਪ੍ਰੋਵਾਈਡ ਕਰਨ ਲਈ। ਕੀ ਤੁਹਾਨੂੰ ਲੱਗਦਾ ਸਾਡੇ ਜਿਹੜੇ ਗੁਰੂ ਘਰ ਕਮੇਟੀਆਂ ਦੇ ਅਹੁਦੇਦਾਰ ਨੇ ਉਹ ਇਹਨਾਂ ਲੀਡਰਾਂ ਤੋਂ ਸਾਡੀ ਕਮਿਊਨਿਟੀ ਦੇ ਲਈ ਉਸ ਲੈਵਲ ਦਾ ਕੰਮ ਕਿਉਂ ਨਹੀਂ ਲੈ ਸਕੇ? ਮੈਂ ਇਹ ਨਹੀਂ ਕਹੂੰਗਾ ਕਿ ਅਨਪੜ੍ਹਤਾ ਆ, ਕਿਉਂਕਿ ਸਾਡੇ ਸੀਨੀਅਰ ਜਿਹੜੇ ਨੇ ਉਹ ਪੜ੍ਹੇ ਲਿਖੇ ਵੀ ਨੇ। ਸ਼ਾਇਦ ਸਾਨੂੰ ਮੰਗਣਾ ਨਹੀਂ ਆਉਂਦਾ, ਸ਼ਾਇਦ ਸਾਨੂੰ ਮੰਗਣਾ ਨਹੀਂ ਆਉਂਦਾ। ਮੈਂ ਇਹ ਕਹੂੰਗਾ ਜੇ ਮੇਅਰ ਆ ਕੇ ਪਿਛਲੇ ਸਮੇਂ 'ਚ ਮੈਨੂੰ ਇਹ ਸੁਣਨ ਨੂੰ ਗੱਲ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਸਾਡੇ ਜਦੋਂ ਅਗਨ ਭੇਂਟ ਹੋਏ ਆ, ਸਾਡੇ ਉਦੋਂ ਸ਼ਾਇਦ ਮੇਅਰ ਆਏ ਸੀ ਤੇ ਉਹਨਾਂ ਨੇ ਪੁੱਛਿਆ ਵੀ, ਮੇਰੇ ਖਿਆਲ ਸ਼ਾਇਦ ਬਲੂਮਬਰਗ ਦੀ ਗੱਲ ਹੈ, ਬਲੂਮਬਰਗ ਮੇਅਰ ਸਾਡੇ ਆਏ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਕਹਿੰਦੇ ਵੀ ਤੁਹਾਨੂੰ ਦੱਸੋ ਕੀ ਹੈਲਪ ਦੀ ਲੋੜ ਆ। ਤੇ ਉਹ ਕਹਿੰਦੇ ਜੀ ਜੇ ਤੁਸੀਂ ਸਾਡੇ ਤੋਂ ਪੈਸੇ ਚਾਹੀਦੇ ਮੈਂ ਇੰਨੇ ਪੈਸੇ ਤੱਕ ਐਲੋਕੇਸ਼ਨ ਕਰ ਸਕਦਾ ਹਾਂ। ਸਾਡੇ ਬੰਦੇ ਕਹਿੰਦੇ ਨਹੀਂ ਜੀ ਸਿੱਖ ਫੋਰ ਰਿਚ ਆ ਜੀ, ਸਾਨੂੰ ਲੋੜ ਨਹੀਂ। ਇਹਦਾ ਕੀ ਮਤਲਬ? ਸਾਨੂੰ ਉਹ ਮਿਲ ਰਹੇ ਆ ਤੇ ਸਾਡੇ ਕਮਿਊਨਿਟੀ 'ਚ ਲੱਗਣੇ ਆ, ਉਹ ਸਾਡੇ ਬਿਹਤਰੀ ਵਾਸਤੇ ਲੱਗਣੇ, ਤੁਸੀਂ ਲਓ। ਇਹਦਾ ਮਤਲਬ ਹੈ ਸਾਨੂੰ ਪੈਸੇ ਮੰਗਣੇ ਨਹੀਂ ਆਉਂਦੇ, ਸਾਨੂੰ ਰਿਸੋਰਸਿਸ ਮੰਗਣੇ ਨਹੀਂ ਆਉਂਦੇ, ਸਾਨੂੰ ਜੋ ਬੈਨੀਫਿਟ ਆਲਰੇਡੀ ਸਾਰਿਆਂ ਨੂੰ ਅਵੇਲੇਬਲ ਹੈ ਉਹ ਸਾਨੂੰ ਮੰਗਣੇ ਨਹੀਂ ਆਉਂਦੇ, ਆਪਣੀ ਕਮਿਊਨਿਟੀ 'ਚ ਲੈ ਕੇ ਆਉਣੇ ਨਹੀਂ ਆਉਂਦੇ। ਜੇ ਅਸੀਂ ਲਿਆਵਾਂਗੇ ਤਾਂ ਸਾਨੂੰ ਬੈਨੀਫਿਟ ਹੋਊਗਾ। ਹੁਣ ਤੁਸੀਂ ਕਿਸੇ ਕਮਿਊਨਿਟੀ 'ਚ ਬਾਹਰ ਚੱਲ ਜਾਓ, ਸੈਕਸ਼ਨ 8 ਹੈਗੇ ਆ ਜਿਹੜੇ ਕਿ ਘਰਾਂ ਦੀਆਂ ਪ੍ਰਾਪਤੀਆਂ ਕਹਿੰਦੇ ਮਤਲਬ ਕਰਨੀਆਂ ਜੇ ਕਿਸੇ ਨੂੰ ਨਹੀਂ ਅਫੋਰਡ ਕਰ ਸਕਦੇ। ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਬੰਦਿਆਂ ਨੂੰ ਪਤਾ ਹੀ ਨਹੀਂ ਹੈਗਾ, ਉਹ ਅਸੀਂ ਉਪਲਬਧ ਕਰਾਵਾਂਗੇ। ਉਹਨਾਂ ਦੇ ਬਾਰੇ ਜੇ ਅਸੀਂ ਉਪਲਬਧ ਨਹੀਂ ਕਰਾ ਸਕਦੇ, ਇਨਫੋਰਮੇਸ਼ਨ ਦੇਵਾਂਗੇ ਆਪਣੇ ਆਫਿਸ ਦੇ ਵਿੱਚੋਂ, ਸਾਡੇ ਕੋਲ ਡੈਜ਼ਿਗਨੇਟ ਕਰਾਵਾਂਗੇ ਬੰਦਿਆਂ ਨੂੰ ਵੀ ਉਹ ਹਰ ਡਿਪਾਰਟਮੈਂਟ ਦਾ ਬੰਦਾ ਸਾਡੇ ਕੋਲ 1-2 ਦਿਨ ਆ ਕੇ ਬੈਠੇ। ਅਸੀਂ ਉਹਨਾਂ ਦੇ ਬਾਰੇ ਨੰਬਰ ਵੀ ਪੇਸ਼ ਕਰਾਂਗੇ ਵੀ ਉਹ ਨੰਬਰ ਸਾਨੂੰ ਤੁਸੀਂ ਉੱਤੇ ਕਾਲ ਕਰੋ, ਸਾਡਾ ਅਪੋਇੰਟਮੈਂਟ ਬਣਾਵੋ, ਅਸੀਂ ਉਹਨਾਂ ਨੂੰ ਤੁਹਾਨੂੰ ਤਾਲੁਕਾ 'ਚ ਲੈ ਕੇ ਆਵਾਂਗੇ। ਸੁਖੀ ਭਾਜੀ, ਇੱਕ ਗੱਲ ਮੈਂ ਹੋਰ ਦੇਖਦਾ ਆਪਣੀ ਕਮਿਊਨਿਟੀ ਦੇ ਵਿੱਚ, ਇੱਕ ਨਾਂ ਤੋਂ ਜਦੋਂ ਜਥੇਬੰਦੀ ਬਣਦੀ ਅਗਲੇ ਸਾਲ ਉਸੇ ਨਾਂ ਤੋਂ ਉਹਦੇ ਜਥੇਬੰਦੀ ਦੇ ਵਿੱਚੋਂ ਅੱਧੇ ਬੰਦੇ ਅੱਡ ਹੋ ਕੇ ਇੱਕ ਨਵੀਂ ਜਥੇਬੰਦੀ ਬਣਾ ਲੈਂਦੇ ਆ। ਫਿਰ ਜਦੋਂ ਸਾਡਾ ਕੋਈ ਨੁਮਾਇੰਦਾ ਖੜਦਾ ਹੈ, ਕਿਉਂਕਿ ਤੁਹਾਡੇ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚੋਂ ਟਰਾਈ ਕਰ ਚੁੱਕੇ ਆ ਵੋਟਾਂ ਦੇ ਵਿੱਚ, ਪਰ ਹਜੇ ਤੱਕ ਕੋਈ ਵੀ ਸਫਲ ਨਹੀਂ ਹੋਇਆ। ਸੋ ਮੈਨੂੰ ਇਹ ਲੱਗਦਾ ਵੀ ਇੱਕ ਕਾਰਨ ਕਿਤੇ ਇਹ ਵੀ ਹੈ ਵਿੱਚ ਵੀ ਜੇ 2 ਜਥੇਬੰਦੀਆਂ ਹੈ, ਇੱਕੋ ਨਾਂ ਤੋਂ ਜਥੇਬੰਦੀਆਂ, ਇੱਕ ਨਹੀਂ ਇਸ ਤਰ੍ਹਾਂ ਦੀਆਂ ਕਈ ਜਥੇਬੰਦੀਆਂ ਜਿਨ੍ਹਾਂ ਦੇ 2-2 ਗਰੁੱਪ ਬਣੇ ਹੋਏ ਆ, ਇੱਕ ਗਰੁੱਪ ਇੱਕ ਨਾਲ ਖੜ ਗਿਆ ਤਾਂ ਦੂਸਰੇ ਨੇ ਦੂਜੇ ਨਾਲ ਖੜਨਾ। ਇਹ ਨਹੀਂ ਵੇਖਣਾ ਵੀ ਸਾਡਾ ਆਪਦਾ ਕਿ ਸਾਡਾ ਬਗਾਨਾ ਹੈ ਉਹ। ਤੁਹਾਨੂੰ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਕਾਰਨ ਆ ਸਾਡਾ ਆਪਦਾ ਹਜੇ ਤੱਕ ਸਿਟੀ ਕਾਉਂਸਲ ਵਿੱਚ ਨਹੀਂ ਪਹੁੰਚ ਸਕਿਆ? ਦੇਖੋ ਜੀ, ਤੁਹਾਡੇ ਮਾਧਿਅਮ ਰਾਹੀਂ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਆਪਣੇ ਸਾਰੇ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਹੋਰ ਜਿਹੜਾ ਵੀ ਭਾਈਚਾਰਾ ਹੈ ਰਿਚਮੰਡ ਹਿੱਲ, ਕਿਊ ਗਾਰਡਨ, ਫੋਰੈਸਟ, ਰੀਗੋ ਪਾਰਕ 'ਚ ਰਹਿੰਦਾ, ਕਿ ਆ ਜਾਓ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਪਹਿਲਾਂ ਇੱਕ ਪ੍ਰਾਪਤੀ ਕਰੀਏ। ਤੇ ਜੇ ਤੁਹਾਨੂੰ ਲੱਗੂਗਾ ਮੈਂ ਉਹ ਸੇਵਾ ਨਹੀਂ ਨਿਭਾ ਸਕਦਾ ਜਾਂ ਉਹ ਬੈਨੀਫਿਟ ਨਹੀਂ ਲਿਆ ਸਕਦਾ ਤੇ ਮੈਨੂੰ 2 ਸਾਲਾਂ ਬਾਅਦ ਲਹਾ ਦਿਓ, ਹੋਰ ਪਿਕ ਕਰ ਲਿਓ। ਆਪਾਂ ਕੀ ਗੱਲ ਬਾਕੀ ਪੋਲੀਟੀਸ਼ੀਅਨਾਂ ਨੂੰ ਟਰਾਈ ਨਹੀਂ ਕੀਤਾ ਕੀ ਸਾਨੂੰ ਉਹਨਾਂ ਨੇ ਬੈਨੀਫਿਟ ਦਵਾਏ? ਜੇ ਨਹੀਂ ਦਵਾਏ ਤਾਂ ਇੱਕ ਵਾਰੀ ਆਪਣੇ ਬੰਦੇ ਨੂੰ ਟਰਾਈ ਕਰਕੇ ਦੇਖ ਲਈਏ। ਪਰ ਇਕੱਠੇ ਹੋ ਜਾਈਏ, ਇਕੱਠੇ ਹੋਣ ਦੀ ਜ਼ਰੂਰਤ ਆ, ਇਕੱਠੇ ਹੋ ਕੇ ਹੀ ਸਾਰਾ ਕੁਝ ਮਿਲ ਸਕਦਾ। ਇਕੱਲੇ ਤਾਂ ਸਾਨੂੰ ਡਿਵਾਈਡ ਕੀਤਾ, ਇਹ ਡਿਵਾਈਡ ਐਂਡ ਰੂਲ ਤੇ ਸਾਨੂੰ ਗੋਰੇ ਛੱਡ ਗਏ ਸਾਡੇ ਇੰਡੀਆ ਦੇ ਵਿੱਚ। ਸੋ ਆਪਾਂ ਉਹ ਤੋਂ ਥੋੜ੍ਹਾ ਜਿਹਾ ਉੱਚਾ ਉੱਠੀਏ। ਐਜੂਕੇਸ਼ਨ ਆਪਾਂ ਬੱਚਿਆਂ ਨੂੰ ਦਵਾਤੀ ਆ, ਉਹਨਾਂ ਨੂੰ ਜੋਬਾਂ ਵੀ ਦਵਾਤੀਆਂ, ਕੀ ਅਸੀਂ ਕਿਸੇ ਦੇ ਅੰਡਰ ਜੋਬਾਂ ਹੀ ਕਰੀ ਜਾਣੀਆਂ? ਅਸੀਂ ਉਸ ਜਗ੍ਹਾ 'ਤੇ ਬੈਠੀਏ ਜਿਸ ਟੇਬਲ 'ਤੇ ਬੈਠ ਕੇ ਲਾਅ ਬਣਦੇ ਆ, ਤੇ ਲਾਅ ਬਣਨ ਦੇ ਲਈ ਸਾਡੇ ਏਰੀਏ 'ਚ ਕਿਹੜੇ ਲਾਅ ਕਿੱਦਾਂ ਦੇ ਹੋਣੇ ਚਾਹੀਦੇ ਆ, ਅਸੀਂ ਉਹਨਾਂ 'ਚ ਹਿੱਸੇਦਾਰ ਬਣੀਏ। ਉਹ ਦੱਸੀਏ ਵੀ ਸਾਨੂੰ ਸਾਡੇ ਏਰੀਏ 'ਚ ਕਿਹੜੇ ਲਾਅ ਚਾਹੀਦੇ ਆ ਤੇ ਸਾਨੂੰ ਆਹ ਚਾਹੀਦੇ ਆ। ਸੁਖੀ ਭਾਜੀ, ਇੱਕ ਗੱਲ ਹੋਰ ਦੱਸੋ, ਜੇ ਜਿਵੇਂ ਤੁਸੀਂ ਆਪਾਂ ਪਹਿਲਾਂ ਕੰਪੇਅਰ ਕਰ ਰਹੇ ਸੀ ਉੱਥੇ ਪੰਜਾਬ ਦੀ ਇਲੈਕਸ਼ਨ, ਇੱਥੋਂ ਦੀ ਇਲੈਕਸ਼ਨ, ਹੈ ਨਾ, ਉੱਥੇ ਲੀਡਰ ਵਾਅਦੇ ਵੀ ਕਰਦੇ ਆ, ਕਈ ਗਰੰਟੀਆਂ ਦਿੰਦੇ ਆ, ਅੱਧੀਆਂ ਗਰੰਟੀਆਂ ਪੂਰੀਆਂ ਹੁੰਦੀਆਂ, ਅੱਧੀਆਂ ਨਹੀਂ ਹੁੰਦੀਆਂ, ਅੱਧੇ ਵਾਅਦੇ ਪੂਰੇ ਹੁੰਦੇ, ਅੱਧੇ ਨਹੀਂ ਹੁੰਦੇ। ਮੈਨੀਫੈਸਟੋ ਕਿਸੇ ਦਾ ਆਉਂਦਾ ਹੈ, ਕੋਈ ਉਹਦੇ ਤੇ ਪਹਿਰਾ ਦਿੰਦਾ, ਕੋਈ ਮੈਨੀਫੈਸਟੋ ਨੂੰ ਭੁੱਲ ਜਾਂਦਾ ਵੋਟਾਂ ਤੋਂ ਬਾਅਦ। ਇੱਥੇ ਜਦੋਂ ਵੋਟਰ ਆਉਂਦਾ ਹੈ, ਵੋਟ ਪਾਉਣ ਆਉਂਦਾ ਹੈ, ਤਾਂ ਉਹਦੇ ਦਿਮਾਗ ਦੇ ਵਿੱਚ ਕਿਹੜੀ ਗੱਲ ਤੁਹਾਨੂੰ ਲੱਗਦੀ ਆ ਵੀ ਉਹ ਹੁੰਦੀ ਆ ਜਿਹਦੇ ਮੱਦੇ ਨਜ਼ਰ ਰੱਖ ਕੇ ਉਹ, ਜਿਹਦੇ ਦਿਮਾਗ ਦੇ ਵਿੱਚ ਉਹ ਵਿਚਾਰ ਕੇ ਤੇ ਫਿਰ ਆਪਣੀ ਵੋਟ ਦਾ ਇਸਤੇਮਾਲ ਕਰਦਾ? ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੇਰਾ ਪਹਿਲਾ ਮੇਲਰ ਗਿਆ ਜਿਹੜਾ ਕਿ ਆਪਣੇ ਵੋਟਰਾਂ ਦੇ ਘਰਾਂ 'ਚ ਜਾਣਾ ਹੁੰਦਾ,
ਮੈਨੂੰ ਕੁਦਰਤੀ ਮੇਰੇ ਤੋਂ ਥੋੜੀ ਜਿਹੀ ਗਲਤੀ ਕਹਿ ਲਓ ਜਾਂ ਉਹ ਅੱਜ ਕੱਲ ਆਮ ਕੋਈ ਕਰਦਾ ਨਹੀਂ। ਸਾਨੂੰ ਇੱਕ ਡੈਜ਼ਿਗਨੇਟਡ ਲਾਈਨ ਜਿਹੜੀ ਆ ਉਹ ਜਾਂ ਫੋਨ ਕਾਲ ਜਾਂ ਈਮੇਲ ਸਾਨੂੰ ਜ਼ਿਆਦਾਤਰ ਲੋਕੀ ਦਿੰਦੇ ਆ। ਉੱਪਰ ਮੇਰਾ ਪਰਸਨਲ ਨੰਬਰ ਉਹ ਮੇਲਰ ਤੇ ਪੈ ਗਿਆ। ਹੁਣ ਉਹ ਪਰਸੋਂ ਮਿਲਿਆ ਵਾ ਤੇ ਉਹ ਮੈਨੂੰ ਪਰਸੋਂ ਤੋਂ ਕੋਈ 50 ਕਾਲਾਂ ਆ ਚੁੱਕੀਆਂ ਜੀ। ਸਾਰੇ ਤਕਰੀਬਨ 80% ਸੀਨੀਅਰ ਸਿਟੀਜ਼ਨ ਆ ਜਿਹੜੇ ਕਾਲ ਕਰਦੇ ਆ। ਕਹਿਣ ਦਾ ਮਤਲਬ ਆ ਬਈ ਅਸੀਂ ਉਹਨਾਂ ਨੂੰ ਟੱਚ ਨਹੀਂ ਕੀਤਾ। ਸੋ ਉਹ ਇਸ ਤਰ੍ਹਾਂ ਦੇ ਟੱਚ ਦੀ ਲੋੜ ਆ। ਜਿਹੜੇ ਉਹ ਪੋਲੀਟੀਸ਼ੀਅਨ ਵਾਅਦੇ ਕਰਦੇ ਆ ਉਹ ਉੱਧਰਲੀਆਂ ਕੰਟਰੀਆਂ 'ਚ ਦੂਜੀਆਂ ਕੰਟਰੀਆਂ 'ਚ ਚੱਲਦੇ ਹੋਣਗੇ, ਇੱਥੇ ਨਹੀਂ। ਇੱਥੇ ਜਿਹੜੇ ਵੋਟਰ ਆ ਉਹ ਕਈ ਵਾਰ ਪੋਲੀਟੀਸ਼ੀਅਨਾਂ ਨਾਲੋਂ ਜ਼ਿਆਦਾ ਐਜੂਕੇਟਡ ਹੁੰਦੇ ਆ, ਉਹਨਾਂ ਨੂੰ ਜ਼ਿਆਦਾ ਮੁੱਦਿਆਂ ਦਾ ਪਤਾ ਹੁੰਦਾ। ਇਸੇ ਕਰਕੇ ਮੈਂ ਆਪਣੇ ਸਾਰੇ ਲਿਟਰੇਚਰ 'ਤੇ ਲਿਖਿਆ ਕਿ ਮੈਂ ਪੋਲੀਟੀਸ਼ੀਅਨ ਨਹੀਂ ਹਾਂ, ਮੈਂ ਤੁਹਾਡੇ ਵਾਂਗੂ ਇੱਕ ਸਿਟੀਜ਼ਨ ਆ, ਮੈਂ ਇੱਕ ਰੈਜ਼ੀਡੈਂਟ ਆ ਇਸ ਡਿਸਟ੍ਰਿਕਟ ਦਾ। ਸੋ ਉਹਨਾਂ ਮੁੱਦਿਆਂ ਦਾ ਮੈਨੂੰ ਪਤਾ ਵਾ। ਪੋਲੀਟੀਸ਼ੀਅਨਾਂ ਨੂੰ ਤੇ ਜਿਹੜੇ ਲਾਇਰ ਹੁੰਦੇ ਨੇ, ਮੈਂ ਇੱਕ ਗੱਲ ਹੋਰ ਬਹੁਤ ਕਹਿਣਾ, ਲਾਇਰ ਬਹੁਤ ਵਧੀਆ ਪ੍ਰੋਫੈਸ਼ਨ ਆ। ਐਜ਼ ਅ ਲਾਅ ਫੀਲਡ ਦੇ ਵਿੱਚ ਬਹੁਤ ਵਧੀਆ ਪ੍ਰੋਫੈਸ਼ਨ ਆ, ਬਹੁਤ ਵਧੀਆ ਪੈਸੇ ਧੇਲੇ ਬਣਦੇ, ਸਾਰਾ ਕੁਝ ਠੀਕ ਹੈ। ਪਰ ਇੱਕ ਇਸ਼ੂ ਆ ਜਿਹੜਾ ਕਿ ਮੈਂ ਹਮੇਸ਼ਾ ਨੋਟਿਸ ਕੀਤਾ ਕਿ ਸਾਡੀ ਕੰਟਰੀ ਨੂੰ ਲਾਇਰ ਰਨ ਕਰਦੇ ਆ। ਕਿਉਂਕਿ ਜਿਹੜੇ ਲਾਇਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਪ੍ਰੋਬਲਮ ਦੇ ਪਰਿਓਂ ਦੀ ਕਿੱਦਾਂ ਜਾਣਾ ਤਾਂ ਉਹਨੂੰ ਅਵੋਇਡ ਕਿੱਦਾਂ ਕਰਨਾ, ਕਿਉਂਕਿ ਲੂਪ ਹੋਲਸ ਹੁੰਦੇ ਆ। ਦੇਖੋ ਜੀ, ਇਸੇ ਕਰਕੇ ਮੈਂ ਕਹਿੰਦਾ ਵੀ ਐਕਟ ਦੀ ਲਾਇਰ ਨੂੰ ਨਾ ਪਿਕ ਕਰੋ। ਐਕਟ ਤੁਸੀਂ ਪਿਕ ਕਰਨਾ ਆਪਣੇ ਵਰਗੇ ਸਿਟੀਜ਼ਨ ਨੂੰ ਪਿਕ ਕਰੋ। ਤੁਹਾਡੇ 'ਚੋਂ ਇੱਕ ਬੰਦਾ ਪਿਕ ਕਰੋ। ਜਿੱਦਾਂ ਹੁਣ ਮੈਂ ਖੜਿਆ ਵਾਂ ਤੇ ਮੈਨੂੰ ਟਰਾਈ ਕਰਕੇ ਦੇਖ ਲਓ, ਸ਼ਾਇਦ ਨੈਕਸਟ ਈਅਰ ਕੋਈ ਆਪਣਾ ਹੋਰ ਖੜੇਗਾ, ਉਹਨੂੰ ਟਰਾਈ ਕਰਕੇ ਦੇਖ ਲਿਓ। ਇਸ ਕਰਕੇ ਸਾਨੂੰ ਉਹ ਬੰਦਾ ਪਿਕ ਕਰਨਾ ਚਾਹੀਦਾ ਜਿਹੜਾ ਕਿ ਕਮਿਊਨਿਟੀ ਦੇ ਵਿੱਚ ਵਿਚਰਦਾ ਵਾ। ਉਹੀ ਤੁਹਾਡੀਆਂ ਪ੍ਰੋਬਲਮ ਨੂੰ ਸਮਝੂਗਾ, ਉਹੀ ਤੁਹਾਨੂੰ ਉਹ ਲਾਅ ਉਸ ਹਿਸਾਬ ਨਾਲ ਬਣਵਾਉਣ ਦੀ ਟਰਾਈ ਕਰੂਗਾ ਜਾਂ ਉਹਨਾਂ ਨੂੰ ਪੇਸ਼ ਕਰੂਗਾ। ਸੁੱਖੀ ਭਾਜੀ, ਇੱਕ ਉਹਨਾਂ ਨੂੰ ਜ਼ਰੂਰ ਮੈਸੇਜ ਤੁਹਾਡੇ ਵੱਲੋਂ ਹੋਣਾ ਚਾਹੀਦਾ ਹੈ ਜਿਹੜੇ ਲੱਤਾਂ ਨੂੰ ਤੁਰਨ ਲਈ ਨਹੀਂ ਵਰਤਦੇ। ਕੋਈ ਲੰਘਦਾ ਤਾਂ ਉਹਨੂੰ ਉਡਾ ਕੇ ਕਹਿੰਦੇ ਇਹਨੂੰ ਸਿੱਟਣਾ ਹੈ ਨਾ। ਆਪਣੇ ਹੀ ਬੰਦੇ ਆ ਕਈ ਇਸ ਤਰ੍ਹਾਂ ਦੇ। ਉਹ ਕਿਉਂ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਸਾਡੀ ਕਮਿਊਨਿਟੀ ਦਾ ਕੋਈ ਅੱਗੇ ਆਉਂਦਾ ਤਾਂ ਉਹਨੂੰ ਅੱਗੇ ਵਧਣ ਤੋਂ ਰੋਕਦੇ ਆ? ਦੇਖੋ ਜੀ, ਮੈਂ ਇੱਕ ਗੱਲ ਸਿੱਖੀ ਆ ਕਿ ਨੈਗੇਟਿਵ ਤੇ ਪੋਜ਼ਿਟਿਵ ਦੋਨੇ ਚੀਜ਼ਾਂ ਹੁੰਦੀਆਂ। ਇਹ ਇੱਕ ਸਾਈਕੋਲੋਜੀ ਹੈਗੀ ਆ ਕਿ ਜਿਹੜੀ ਤੁਸੀਂ ਚੀਜ਼ ਤੇ ਕਨਸੈਂਟਰੇਟ ਕਰਦੇ ਆ, ਜਿਹੜੀ ਗੱਲ ਤੇ ਕਨਸੈਂਟਰੇਟ ਕਰਦੇ ਆ, ਉਹ ਜਿਹੜੀ ਦੂਜੀ ਚੀਜ਼ ਤੇ ਫਿੱਕੀ ਪੈਣ ਲੱਗ ਪੈਂਦੀ ਆ। ਮੈਂ ਆਪਣੇ ਨਜ਼ਰੀਏ ਨੂੰ ਕਈ ਸਾਲਾਂ ਤੋਂ ਚੇਂਜ ਕਰਨ ਦੀ ਟਰਾਈ ਕੀਤੀ ਆ ਕਿ ਤੁਸੀਂ ਪੋਜ਼ਿਟਿਵ ਨੂੰ ਪਹਿਲਾਂ ਜਿਹੜਾ ਆ ਜ਼ਿਆਦਾ ਤਵੱਜੋ ਦੇਣੀ ਹੈ। ਜੇ ਕਿਸੇ ਚੀਜ਼ ਦੇ ਵਿੱਚ 30% ਵੀ ਪੋਜ਼ਿਟਿਵ ਹੈ ਨਾ, ਤੁਸੀਂ ਪਹਿਲਾਂ ਉਹ 'ਤੇ ਤਵੱਜੋ ਦਿਓ, ਉਹਨੂੰ ਡਿਵੈਲਪ ਕਰੋ। ਫਿਰ ਜਿਹੜੀ 70% ਨੈਗੇਟਿਵਿਟੀ ਹੈ ਨਾ, ਉਹਨੇ ਛੋਟੀ ਹੋ ਜਾਣਾ। ਸੋ ਉਹਨੂੰ ਅਸੀਂ ਠੀਕ ਕਰ ਸਕਦੇ ਹਾਂ। ਜੇ ਅਸੀਂ ਪਹਿਲਾਂ ਹੀ ਨੈਗੇਟਿਵਿਟੀ 70% ਨੂੰ ਕਨਸੈਂਟਰੇਟ ਕਰਾਂਗੇ ਤਾਂ ਜਿਹੜੀ ਵਿਚਾਰੀ 30% ਪੋਜ਼ਿਟਿਵਿਟੀ ਹੈ ਉਹ ਘਟ ਕੇ 0 ਹੋ ਜਾਣੀ ਹੈ। ਸੋ ਮੈਂ ਕਹਿੰਦਾ ਵਾਂ ਜਿਹੜੇ ਉਹ ਮੁੱਦੇ ਹੈਗੇ ਆ ਉਹਨਾਂ ਨੂੰ ਪਹਿਲਾਂ ਅਸੀਂ ਦੇਖੀਏ ਚੰਗੇ ਕਿਹੜੇ ਆ, ਚੰਗਿਆਂ ਨੂੰ ਨਿਖਾਰ ਕੇ 70% ਕਰ ਸਕਦੇ ਹਾਂ। ਨੈਗੇਟਿਵਿਟੀ ਨੂੰ ਨਾ ਪਹਿਲਾਂ ਕਨਸੈਂਟਰੇਟ ਕਰੀਏ। ਬਿਲਕੁਲ। ਤੇ ਨਾਲ ਦੀ ਨਾਲ ਨਾ ਇੱਕ ਹੋਰ ਜਿਹੜਾ ਇਸ਼ੂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਫੇਸ ਕਰਨਾ ਪੈਣਾ ਹੈ, ਹੁਣ ਵੀ ਫੇਸ ਕਰ ਰਹੇ ਲੋਕ, ਕਿਉਂਕਿ ਰਿਚਮੰਡ ਹਿੱਲ ਇਸ ਤਰ੍ਹਾਂ ਦਾ ਏਰੀਆ ਜਿੱਥੇ ਜ਼ਿਆਦਾਤਰ ਪੰਜਾਬੀ ਰਹਿੰਦੇ ਆ, ਜ਼ਿਆਦਾਤਰ ਹਰਿਆਣੇ ਤੋਂ ਲੋਕ ਰਹਿੰਦੇ ਆ ਤੇ ਬਹੁਤ ਸਾਰੇ ਅਨਡਾਕੂਮੈਂਟਡ ਸਾਡੇ ਆਪਦੇ ਹੀ ਭਰਾ ਨੇ, ਉਹ ਵੀ ਇੱਥੇ ਇਸੇ ਏਰੀਆ ਦੇ ਵਿੱਚ ਹੁਣ ਰਹਿੰਦੇ ਨੇ। ਹਾਲਾਂਕਿ ਉਹਨਾਂ ਦੀ ਵੋਟ ਤਾਂ ਹੈ ਨਹੀਂ ਗੀ, ਪਰ ਉਹਨਾਂ ਦੇ ਲਈ ਤੁਹਾਡੇ ਕੋਲੇ ਕੀ ਪਲਾਨ ਆ? ਜੇ ਸਿਟੀ ਕਾਊਂਸਲ ਦੇ ਵਿੱਚ ਤੁਸੀਂ ਆਉਨੇ ਹੋ ਤਾਂ ਉਹਨਾਂ ਦੀ ਹੈਲਪ ਕਿੱਦਾਂ ਤੁਸੀਂ ਕਰ ਸਕਦੇ ਹੋ? ਕਿਉਂਕਿ ਸਾਡੇ ਪਿੰਡਾਂ ਤੋਂ ਆਏ ਨੇ, ਸਾਡੇ ਹੀ ਭਰਾ ਨੇ, ਪਰ ਹਲੇ ਉਹਨਾਂ ਕੋਲੇ ਪੇਪਰ ਹੈ ਨਹੀਂਗੇ। ਤੇ ਉਹਨਾਂ ਦੇ ਲਈ ਕੀ ਕੋਈ ਪਲਾਨ ਹੋਣਾ ਚਾਹੀਦਾ? ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ? ਦੇਖੋ, ਵੈਸੇ ਤਾਂ ਇਹ ਜਿਹੜਾ ਮੁੱਦਾ ਹੈਗਾ ਆ, ਇਹ ਸਟੇਟ ਲੈਵਲ ਦਾ ਤੇ ਫੈਡਰਲ ਲੈਵਲ ਦਾ ਆ। ਪਰ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਵਾਂ ਕਿ ਅਗਰ ਤੁਸੀਂ ਆਪਣੇ ਏਰੀਏ 'ਚੋਂ ਸਿਲੈਕਟ ਹੋ ਕੇ ਆਉਣੇ ਆ ਤੇ ਤੁਹਾਨੂੰ, ਕਿਉਂਕਿ ਅਸੈਂਬਲੀ ਤੇ ਸੈਨੇਟ ਤੇ ਹੋਰ ਜਿਹੜੇ ਵੀ ਆਪਣੇ ਕਾਂਗਰਸਮੈਨ ਹੁੰਦੇ ਆ, ਉਹਨਾਂ ਨੂੰ ਵੋਟਾਂ ਤਾਂ ਇਸ ਏਰੀਏ 'ਚ ਚਾਹੀਦੀਆਂ ਵਾ। ਸੋ ਉਹ ਇਸ ਕਰਕੇ ਤੁਸੀਂ ਉਹਨਾਂ 'ਤੇ ਪ੍ਰਭਾਵ ਪਾਓਗੇ, ਭਾਈ ਅਸੀਂ ਤੁਹਾਨੂੰ ਇਸ ਏਰੀਏ 'ਚੋਂ ਤਾਂ ਲੈ ਕੇ ਵੋਟਾਂ ਦੇਵਾਂਗੇ, ਤਾਂ ਡੋਨੇਸ਼ਨਾਂ ਦੇਵਾਂਗੇ ਕਿ ਜੇਕਰ ਤੁਸੀਂ ਇਹ ਮੁੱਦਿਆਂ ਨੂੰ ਟੱਚ ਕਰੋ। ਇਹ ਸਿਟੀ ਲੈਵਲ ਦਾ ਮੁੱਦਾ ਨਹੀਂ ਹੈਗਾ, ਪਰ ਫਿਰ ਵੀ ਮੈਂ ਇਹ ਪ੍ਰੋਮਿਸ ਜ਼ਰੂਰ ਦਵਾਉਣਾ ਕਿ ਮੈਂ ਇਹ ਮੁੱਦੇ ਨੂੰ ਉਹਨਾਂ ਤੱਕ ਜ਼ਰੂਰ ਪਹੁੰਚਾਊਂਗਾ ਜਿਹੜਾ ਹਾਲੇ ਤੱਕ ਨਹੀਂ ਪੁੱਜਿਆ। ਕਿਉਂਕਿ ਉਹ ਜਿਹੜੇ ਪੋਲੀਟੀਸ਼ੀਅਨ ਆ ਸਿਟੀ ਲੈਵਲ ਦਾ, ਹੁਣ ਉਹਨੂੰ ਸਟੇਟ ਲੈਵਲ ਨੂੰ ਟੱਚ ਕਰਦਾ। ਕਿਉਂਕਿ ਕਹਿੰਦੇ ਯਾਰ ਮੇਰੇ ਕਿਹੜਾ ਕੰਮ ਹੈ ਇਹ। ਪਰ ਨਹੀਂ, ਜੇਕਰ ਤੁਸੀਂ ਕੋਲੀਸ਼ਨ ਤਿਆਰ ਕਰੋਗੇ, ਜੇਕਰ ਤੁਸੀਂ ਇਸ ਤਰ੍ਹਾਂ ਦੇ ਕੋਲੀਸ਼ਨ ਉਹਨਾਂ ਦੇ ਨਾਲ ਤਿਆਰ ਕਰਕੇ ਉਹਨਾਂ ਨੂੰ ਇਹ ਮਜਬੂਰ ਕਰੋਗੇ, ਇਹਨਾਂ ਨੂੰ ਦੇਖੋ ਭਾਈ ਇਹ ਸਾਡੇ ਬੰਦੇ ਆ, ਇਹ ਸਾਡੇ ਕੰਸਟੀਚੂਐਂਟ ਆ, ਇਹਨਾਂ ਨੂੰ ਦੇਖੋ, ਇਹਨਾਂ ਦੇ ਮੁੱਦਿਆਂ ਨੂੰ ਪੇਸ਼ ਕਰੋ ਤੇ ਉਹ ਜ਼ਰੂਰ ਕੀਤੇ ਜਾਣਗੇ। ਸੋ ਸੁੱਕੀ ਬਾਈ, ਸਾਡੇ ਪ੍ਰੋਗਰਾਮ ਜਿਹੜਾ ਸਮਾਂ ਜਿਹੜਾ ਉਹ ਵੀ ਬਿਲਕੁਲ ਘੱਟ ਰਹਿ ਗਿਆ ਤੇ ਜਾਂਦੇ ਜਾਂਦੇ ਤੁਹਾਨੂੰ ਇਲੈਕਸ਼ਨ ਦੇ ਵਿੱਚ ਲੋਕੀ ਵੋਟ ਕਿਉਂ ਪਾਉਣ? ਦੇਖੋ, ਮੈਂ ਤੁਹਾਡੇ ਵਿੱਚੋਂ ਇੱਕ ਆ, ਮੈਂ ਪੋਲੀਟੀਸ਼ੀਅਨ ਨਹੀਂ ਹਾਂ। ਪੋਲੀਟੀਸ਼ੀਅਨ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਇਹ ਪ੍ਰੋਬਲਮ ਨੂੰ ਅਵੋਇਡ ਕਿੱਦਾਂ ਕਰਨਾ, ਅਤੇ ਮੈਂ ਅਵੋਇਡ ਕਰਨ ਵਾਲਿਆਂ 'ਚੋਂ ਨਹੀਂ। ਮੈਂ ਪ੍ਰੋਬਲਮ ਜਿਹੜੀ ਪਹਿਲੀ ਆਊਗੀ ਉਹਨੂੰ ਕਰੂੰਗਾ ਫਿਕਸ, ਅਤੇ ਜੇ ਨਹੀਂ ਫਿਕਸ ਹੁੰਦਾ ਉਹਨੂੰ ਤਰੀਕਾ ਲੱਭੂਗਾ ਕਿੱਦਾਂ ਫਿਕਸ ਹੋ ਸਕਦਾ। ਜੇ ਮੈਂ ਨਹੀਂ ਕਰ ਸਕੂੰਗਾ ਤਾਂ ਮੈਂ ਉਹਦੇ ਬਾਰੇ ਰਿਸੋਰਸਿਸ ਲੱਭੂਗਾ ਜਾਂ ਉਹਦੇ ਬਾਰੇ ਕੋਲੀਸ਼ਨ ਤਿਆਰ ਕਰੂੰਗਾ ਦੂਜੇ ਪੋਲੀਟੀਸ਼ੀਅਨਾਂ ਦਾ। ਉਸ ਤੋਂ ਬਾਅਦ ਦੂਜੀ ਪ੍ਰੋਬਲਮ ਅਤੇ ਫਿਰ ਤੀਜੀ ਪ੍ਰੋਬਲਮ। ਮੈਂ ਇਸ ਕਰਕੇ ਰਨ ਕਰ ਰਿਹਾ ਕਿਉਂਕਿ ਮੈਂ ਪਰਸਨਲੀ ਕਈ ਪ੍ਰੋਬਲਮਾਂ ਨਾਲ ਇਨ ਟੱਚ ਹੋਇਆ।
ਉਹਨਾਂ ਨੂੰ ਜਦੋਂ ਮੈਂ ਮੱਦੇ ਨਜ਼ਰ ਰੱਖਦਿਆਂ ਦੇਖੇ ਐਜੂਕੇਸ਼ਨ ਦਾ ਹੋ ਗਿਆ ਜਾਂ ਸਾਡੇ ਸੀਨੀਅਰ ਸਿਟੀਜ਼ਨ ਦਾ ਹੋ ਗਿਆ ਜਾਂ ਲਾਅ ਇਨਫੋਰਸਮੈਂਟ ਦੇ ਵਿੱਚ ਜਿਹੜਾ ਗੈਪ ਆ, ਇਹਨਾਂ ਨੂੰ ਅਸੀਂ ਟੱਚ ਕੀਤਾ। ਪਿਛਲੇ 10 ਸਾਲ ਤੋਂ ਪਰਸਨਲ ਟੱਚ ਆ, ਉਹਨਾਂ ਨੂੰ ਅਸੀਂ ਆਪਣੇ ਮੱਦੇ ਨਜ਼ਰ ਰੱਖਦੇ ਹਾਂ। ਮੈਂ ਉਹਨਾਂ ਨੂੰ ਪੇਸ਼ ਕਰਨ ਦੇ ਵਿੱਚ ਆਪਣੇ ਆਪ ਨੂੰ ਸਮਝਦਾ ਕਿ ਬਾਕੀ ਉਹਨਾਂ ਨਾਲੋਂ ਬਿਹਤਰ ਆ, ਕਿਉਂਕਿ ਉਹ ਪਹਿਲੀ ਗੱਲ ਤਾਂ ਸਾਡੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦੇ, ਸੋ ਸਾਡੀ ਕਮਿਊਨਿਟੀ ਨੂੰ ਕਿੱਦਾਂ ਰਿਪਰੈਜ਼ੈਂਟ ਕਰ ਸਕਦੇ ਆ। ਇਹਨਾਂ ਗੱਲਾਂ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸ਼ਾਇਦ ਐਕਤੀ ਆਪਣੇ ਬੰਦੇ ਨੂੰ ਪਿਕ ਕਰਕੇ ਦੇਖੋ। ਪਹਿਲਾ ਅੰਮ੍ਰਿਤਧਾਰੀ ਸਰਦਾਰ ਆਪਣੀ ਕਮਿਊਨਿਟੀ ਦੇ ਵਿੱਚੋਂ ਖੜਾ ਹੋਇਆ, ਤੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਐਕਤੀ ਆਪਣੇ ਬੰਦੇ ਨੂੰ ਟਰਾਈ ਕਰਕੇ ਦੇਖੋ। 2 ਸਾਲ ਦਾ ਪੀਰੀਅਡ ਹੁੰਦਾ, ਜੇਕਰ ਸਕਸੈਸਫੁਲ ਹੋਏ ਤਾਂ ਦੂਜਾ ਚਾਂਸ ਦਿਓ, ਨਹੀਂ ਤਾਂ ਕੋਈ ਗੱਲ ਨਹੀਂ, 2 ਸਾਲ ਬਾਅਦ ਫਿਰ ਚੇਂਜ ਹੋ ਜਾਂਦੇ ਆ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸਨ ਸੁੱਖੀ ਸਿੰਘ, ਜਿਨ੍ਹਾਂ ਨੂੰ ਅਸੀਂ ਸੁੱਖੀ ਨਿੱਜਰ ਹੋਣਾ ਦੇ ਨਾਂ ਨਾਲ ਜਾਣਦੇ ਹਾਂ। ਸਿੱਖ ਕਲਚਰ ਸੁਸਾਇਟੀ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਆਪਣੀ ਸੇਵਾ ਨਿਭਾ ਚੁੱਕੇ ਨੇ, ਕਮਿਊਨਿਟੀ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਿਚਰਦੇ ਨੇ ਤੇ 27 ਜੂਨ ਨੂੰ ਡਿਸਟ੍ਰਿਕਟ 29 ਤੋਂ ਇਲੈਕਸ਼ਨ ਲੜ ਰਹੇ ਨੇ। ਉਮੀਦ ਕਰਦੇ ਹਾਂ ਪੰਜਾਬੀਆਂ ਦੇ ਨਾਲ ਖੜਨਗੇ ਔਰ ਪੰਜਾਬੀ ਕਮਿਊਨਿਟੀ ਇਹਨਾਂ ਨੂੰ ਵੱਡੀ ਲੀਡ ਦੇ ਕੇ ਰਿਚਮੰਡ ਹਿੱਲ ਦੇ ਵਿੱਚੋਂ ਸਿਟੀ ਕਾਉਂਸਲ ਦੇ ਵਿੱਚ ਭੇਜੇਗੀ, ਤਾਂ ਕਿ ਸਿਟੀ ਕਾਉਂਸਲ ਦੇ ਵਿੱਚ ਸਾਡੀ ਪੱਗ ਵਾਲਾ ਆਪਦਾ ਨੁਮਾਇੰਦਾ ਪਹੁੰਚ ਸਕੇ। ਜੇ ਆਪਦਾ ਨੁਮਾਇੰਦਾ ਉੱਥੇ ਹੋਏਗਾ, ਉਹਨੂੰ ਸਾਡੀਆਂ ਪ੍ਰੋਬਲਮਾਂ ਬਾਰੇ ਪਤਾ ਹੋਏਗਾ, ਸਾਡੀ ਕਮਿਊਨਿਟੀ ਦੇ ਬਾਰੇ ਪਤਾ ਹੋਏਗਾ ਔਰ ਸਾਡੀ ਕਮਿਊਨਿਟੀ ਦੀ ਬਿਹਤਰੀ ਦੇ ਲਈ ਉਹ ਕੰਮ ਬਾਕੀਆਂ ਨਾਲੋਂ ਜ਼ਿਆਦਾ ਕਰ ਸਕਦਾ। ਸੋ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpardeep11@yahoo.in। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਰੱਬ ਰਾਖਾ।